ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਕਰਦੇ ਹਾਂ ਪ੍ਰੋਗਰਾਮ ਦੀਆਂ ਵਿੱਚ ਖਬਰਾਂ ਵੱਲ ਰੁਖ, ਤੇ ਪਹਿਲਾਂ ਸਭ ਤੋਂ ਕਰਦੇ ਚੱਲੀਏ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਤੁਸੀਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਿਰਕੀਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਹੋਵੇ ਕੋਈ ਵੀ ਕੰਮ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ ਬਲਜਿੰਦਰ ਸਿੰਘ, ਨਿੱਜਰ ਵੁੱਡਲੈਂਡ, GN ਲਿਊਬ ਐਂਡ ਟਰੱਕ ਵਾਸ਼ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਨਵੇਂ ਪੁਰਾਣੇ ਟਾਇਰ ਲੈਣੇ ਹੋਣ, ਜਾਂ ਫਿਰ ਆਇਲ ਚੇਂਜ ਕਰਾਉਣਾ ਹੋਵੇ, ਜਾਂ ਫਿਰ ਹੋਵੇ 에ਅਰ ਬ੍ਰੇਕਸ ਦਾ ਕਿਸੇ ਵੀ ਤਰੀਕੇ ਦਾ ਕੰਮ। ਲੋਕੇਸ਼ਨ ਸੈਂਟਾ ਨੀਲਾ ਦੇ ਵਿੱਚ ਹੈ। ਨਿੰਮਾ ਸੋਹਤਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਸੋ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਸੋ ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸੋ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਕਿਸਾਨੀ ਦੇ ਨਾਲ ਸੰਬੰਧਿਤ ਲਈਏ ਤਾਂ ਅੱਜ ਡੱਲੇਵਾਲ ਸਾਹਿਬ ਨੇ ਮੁੜ ਕੇ ਦੁਬਾਰਾ ਪਾਣੀ ਪੀਤਾ, ਤੇ ਉਧਰ ਬਾਹਰ ਆ ਕੇ ਜਿਹੜਾ ਸਰਕਾਰੀ ਪੱਖ ਹੈ ਉਹ ਕਹਿ ਦਿੰਦਾ ਹੈ ਕਿ ਲਓ ਭਾਈ, ਡੱਲੇਵਾਲ ਸਾਹਿਬ ਨੇ ਪਾਣੀ ਪੀ ਲਿਆ ਤੇ ਉਹਨਾਂ ਨੇ ਕਰਤਾ ਜੀ ਆਪਣਾ ਵਰਤ ਖਤਮ। ਪਾਇਓ ਤਾਂ ਜੀ ਇਸ ਤੇ ਝਾਤ ਵੀ ਕਹਾਣੀ, ਇਹ ਕਿੱਧਰ ਨੂੰ ਉਲਝਦੀ ਜਾ ਰਹੀ ਹੈ? ਦੇਖੋ ਗੁਰਪ੍ਰੀਤ ਜੀ, ਪਤਾ ਕੀ ਆ, ਜਦੋਂ ਇਹਨਾਂ ਤੇ ਕ੍ਰੈਕਡਾਊਨ ਹੋਇਆ ਨਾ ਕਿਸਾਨ ਆਗੂਆਂ ਤੇ ਮੇਰੀ ਆਬਜ਼ਰਵੇਸ਼ਨ ਦੇਖੋ ਇਹ ਸੀਗੀ ਕਿ ਅਸਲ ਦੇ ਵਿੱਚ ਕਹਾਣੀ ਇੱਥੇ ਨਹੀਂ ਰੁਕੇਗੀ। ਹਾਲਾਂਕਿ ਆਪਾਂ ਤੁਹਾਨੂੰ ਪਤਾ ਸਰਟੀਫਿਕੇਟ ਦੇਣ ਤੋਂ ਗਰੇਜ਼ ਕਰਦੇ ਆ ਕਿ ਕਿਹੜਾ ਕਿਹਦੇ ਨਾਲ ਰਲਿਆ, ਉਹ ਸਮੇਂ ਨੇ ਆਪੇ ਹੀ ਸਿੱਧ ਕਰ ਦੇਣਾ ਹੁੰਦਾ। ਹਾਂ, ਡਾਊਟ ਕ੍ਰੀਏਟ ਹੁੰਦੇ ਆ, ਸ਼ੱਕ ਬਣਦੇ ਆ, ਸ਼ੱਕਾਂ ਤੋਂ ਥਿਊਰੀਆਂ ਤੋਂ ਤੁਹਾਨੂੰ ਪਤਾ ਹੀ ਆ ਕਿ ਫਿਰ ਰਿਸਰਚ ਤੋਂ ਗਾਂ ਸਬੂਤ ਇਕੱਠੇ ਹੋ ਜਾਂਦੇ, ਉਹ ਸਭ ਕੁਝ ਚੱਲਦਾ ਹੈ। ਪਰੰਤੂ ਮੇਰਾ ਇਹ ਮੰਨਣਾ ਸੀਗਾ ਕਿ ਸਰਕਾਰ ਇੱਥੇ ਖੜਾ ਨਹੀਂ ਛੱਡੇਗੀ। ਦੋ ਚੀਜ਼ਾਂ ਹੋਣਗੀਆਂ, ਸਰਕਾਰ ਨੇ ਇਹਨਾਂ ਨੂੰ ਪਾੜਿਆ, ਫਿਰ ਕੁੱਟਿਆ, ਹੁਣ ਇਹਨਾਂ ਨੂੰ ਬਦਨਾਮ ਕਰੇਗੀ। ਇਹ ਗੱਲ ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਸਰਕਾਰ ਨੇ ਪਾੜਿਆ, ਫਿਰ ਪਾੜਨ ਦਾ ਮਤਲਬ ਹੁੰਦਾ ਹੈ ਕਿ ਆਪਸ ਦੇ ਵਿੱਚ ਪਾਟਕ। ਸੈਕਿੰਡ, ਕਿ ਕੁੱਟਿਆ ਮਤਲਬ ਕਿ ਖਿੰਡਾ ਦਿੱਤਾ, ਐਕਸ਼ਨ ਕਰ ਦਿੱਤਾ। ਥਰਡ ਚੀਜ਼ ਕੀ ਹੋਏਗੀ? ਡਿਫੇਮ, ਜਿਸ ਨੂੰ ਆਪਾਂ ਕਹਿੰਦੇ ਆ ਬਦਨਾਮ ਕੋਈ ਇੱਕ ਤਰੀਕੇ ਨਾਲ ਨਹੀਂ ਹੁੰਦਾ, ਕਈ ਤਰੀਕਿਆਂ ਨਾਲ ਸਟੇਟ ਕਰਦੀ ਹੁੰਦੀ ਆ। ਹੁਣ ਤੁਸੀਂ ਗੱਲ ਤੇ ਗੌਰ ਕਰੋ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਪੁਲਿਸ ਨੇ ਬਾਹਰ ਆ ਕੇ ਇਹ ਗੱਲ ਕਹੀ, ਡੱਲੇਵਾਲ ਸਾਹਿਬ ਨੇ ਇਹ ਗੱਲ ਆ ਕੇ ਆਪ ਤੇ ਕਹਿਣੀ ਨਹੀਂ ਸੀ, ਉਹਨਾਂ ਦੇ ਸਮਰਥਕਾਂ ਵੱਲੋਂ ਕਹੀ ਗਈ। ਪਰ ਸੱਚ ਤੇ ਝੂਠ ਦੇ ਵਿੱਚ ਇੱਕ ਫਰਕ ਹੈ। ਜਦੋਂ ਤੱਕ ਗੁਰਪ੍ਰੀਤ ਜੀ ਸੱਚ ਆਪਣੇ ਬੂਟਾਂ ਦੇ ਫੀਤੇ ਬੰਨਦਾ, ਉਦੋਂ ਤੱਕ ਝੂਠ ਦੁਨੀਆ ਦਾ ਚੱਕਰ ਲਾ ਚੁੱਕਾ ਹੁੰਦਾ। ਇਹ ਦਸਤੂਰ ਹੈ। ਜਦ ਨੂੰ ਇਹਨਾਂ ਨੇ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਉਦੋਂ ਤੱਕ ਤੇ ਡੱਲੇਵਾਲ ਨੂੰ ਗਾਲਾਂ ਕੱਢ ਕੇ ਲੋਕਾਂ ਨੇ ਫੇਸਬੁੱਕ ਭਰ ਦਿੱਤੀ ਸੀ। ਹੁਣ ਸਾਡੇ ਬੰਦੇ, ਅੱਛਾ, ਜਿਵੇਂ ਹੀ ਇਹ ਖਬਰ ਛਾਇਆ ਹੋਈ, ਅੰਗਰੇਜ਼ੀ ਅਖਬਾਰਾਂ ਨੇ ਕੀਤੀ, ਬ੍ਰੇਕ ਕੀਤੀ, ਫਲਾਂ ਹੋਇਆ, ਤਾਂ ਮੇਰਾ ਮੱਥਾ ਠਣਕਿਆ। ਮੈਂ ਕਿਹਾ ਯਾਰ ਕਮਾਲ ਹੈ ਕਿ ਇਹ ਕਹਿੰਦੇ ਆ ਕਿ ਫਾਸਟ ਤੋੜ ਦਿੱਤਾ, ਅੰਗਰੇਜ਼ੀ ਅਖਬਾਰ ਕਹਿ ਰਹੇ ਨੇ, ਤਾਂ ਚੈੱਕ ਤੇ ਕਰੀਏ। ਕਿਉਂਕਿ ਆਪਾਂ ਨੂੰ ਪਤਾ ਕਿ ਡੱਲੇਵਾਲ ਪਾਣੀ ਤਾਂ ਪਹਿਲਾਂ ਪੀ ਰਹੇ ਸੀਗੇ, ਤਾਂ ਪਿਆਇਆ ਪਾਣੀ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਫਾਸਟ ਟੁੱਟ ਗਿਆ, ਮਰਨ ਵਰਤ ਟੁੱਟ ਗਿਆ। ਤਾਂ ਮੈਨੂੰ ਬੜੀ ਹੈਰਾਨਗੀ ਹੋਈ ਕਿ ਸੁਪਰੀਮ ਕੋਰਟ 'ਚ ਜਾ ਕੇ ਐਡਵੋਕੇਟ ਜਨਰਲ ਪੰਜਾਬ ਦੇ ਉਹ ਇਹ ਗੱਲ ਕਹਿ ਰਹੇ ਨੇ ਕਿ ਮੁਬਾਰਕਬਾਦ ਹੈ ਜੀ ਕਿ 123 ਦਿਨਾਂ ਵਾਲਾ ਜਿਹੜਾ ਫਾਸਟ ਸੀ ਟੁੱਟ ਗਿਆ। ਹੁਣ ਇਹ ਕਮਾਲ ਦੀ ਗੱਲ ਹੈ ਨਾ ਕਿ ਦੇਖੋ, ਇੱਕ ਹੁੰਦੀ ਆ ਵਾਟਰ ਫਾਸਟਿੰਗ, ਇੱਕ ਆਪਾਂ ਉਦਾਂ ਫਾਸਟਿੰਗ ਦੇਖਦੇ ਹਾਂ। ਦੋਨਾਂ 'ਚ ਫਰਕ ਹੈ ਨਾ, ਦੋਨਾਂ 'ਚ ਬਹੁਤ ਫਰਕ ਹੈ ਕਿ ਬਈ ਇੱਕ ਤੇ ਬਿਲਕੁਲ ਹੀ ਸਾਰਾ ਕੁਝ ਬੰਦ ਹੈ, ਫਾਸਟਿੰਗ ਭੋਜਨ ਮਤਲਬ ਕਿ ਨਹੀਂ ਲੈਣਾ, ਇੱਕ ਪਾਣੀ ਹੈ, ਕੱਲਾ ਪਾਣੀ ਹੈ, ਕੁਝ ਹੋਰ ਚੀਜ਼ ਲੈਣੀ ਹੋਈ ਨਹੀਂ। ਤਾਂ ਹੁਣ ਇਹਨਾਂ ਚੀਜ਼ਾਂ 'ਚ ਫਰਕ ਆ ਕਿ ਮਰਨ ਵਰਤ ਦੇ ਦੌਰਾਨ ਤੁਸੀਂ ਭੋਜਨ ਨਹੀਂ ਕਰਦੇ, ਚਲ ਪਾਣੀ ਤਾਂ ਲੈਂਦੇ ਹੋ, ਪਾਣੀ ਦੀ ਤੇ ਜ਼ਰੂਰਤ ਪੈਂਦੀ ਆ। ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਅਜਿਹਾ ਕਿਵੇਂ ਹੋਇਆ, ਕਿਉਂਕਿ ਜਿਹੜੇ ਫੋਟੋ ਦੇ ਵਿੱਚ ਮੈਨੂੰ ਬੰਦੇ ਨਜ਼ਰ ਆਏ, ਉਹਨਾਂ 'ਚ ਤੇ ਮੈਂ ਫੱਟ ਸਿਆਣ ਲਿਆ ਕਿ ਰੋਮਾਣਾ ਖਲੋਤਾ ਸੀ, ਤੇ ਰੋਮਾਣੇ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਤੇ ਬਠਿੰਡੇ ਰਿਹਾ।
ਸਾਰਾ ਅਕਾਲੀ ਜੀ ਰਾਜ ਇੱਥੇ ਕੱਢਿਆ। ਜਿਸ ਵੇਲੇ ਡਿੰਪੀ ਢਿੱਲੋਂ ਦੀ ਬੱਸ ਦੇ ਥੱਲੇ ਚੰਨੂ ਪਿੰਡ ਹੈ ਇਹਨਾਂ ਦਾ, ਡਿੰਪੀ ਢਿੱਲੋਂ ਹੋਰਾਂ ਦਾ, ਚੰਨੂ ਪਿੰਡ ਦੇ ਵਿੱਚ ਇੱਕ ਕੁੜੀ ਥੱਲੇ ਆ ਗਈ, ਮਰ ਗਈ, ਉਹਦੇ ਪਰਿਵਾਰ ਨੇ ਸੰਸਕਾਰ ਤੋਂ ਨਾ ਕਰ ਦਿੱਤੀ। ਪਿੰਡ ਸਾਰਾ ਇਹਨਾਂ ਦਾ, ਚੰਨੂ ਜਿਹੜਾ ਪਿੰਡ ਹੈ ਢਿੱਲੋਂ ਦਾ, ਡਿੰਪੀ ਢਿੱਲੋਂ ਦਾ, ਸਾਰਾ ਹੀ ਇਹਨਾਂ ਦੇ ਮੁਖਾਲਫ ਹੋ ਗਿਆ। ਉਸ ਵੇਲੇ ਜਾ ਕੇ ਸੱਥਰ ਤੇ ਬਹਿ ਕੇ ਰਾਜੀਨਾਮਾ ਕਹਿ ਲੋ ਜਾਂ ਕੁਝ ਵੀ, ਹੁਣ ਮੈਂ ਉਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ ਪੀੜਤ ਫੈਮਿਲੀ ਵਾਸਤੇ, ਜੋ ਵੀ ਸੌਦਾ ਕਰਵਾਇਆ ਇਹਨਾਂ ਨੇ ਉਸ ਲੜਕੀ ਦੀ ਲਾਸ਼ ਦਾ, ਉਹਨਾਂ ਦੇ ਵਿੱਚ ਸ਼ਾਮਲ ਸੀ, ਵਿਚੋਲੇ ਬਣ ਕੇ ਵਿਚਰੇ। ਔਰ ਮੈਂ ਇਕੱਲਾ ਨਹੀਂ, ਬਠਿੰਡੇ ਦੇ ਸੀਨੀਅਰ ਪੱਤਰਕਾਰ ਅੱਜ ਕੱਲ ਉਹ ਰੇਡੀਓ ਵੀ ਕਰਦੇ ਨੇ, ਉਹ ਵੀ ਕੋਲ ਸੀਗੇ। ਅਸੀਂ 3-4 ਜਣੇ ਕੋਲ ਸੀਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਉਸ ਪਰਿਵਾਰ ਨੂੰ ਦਾਬੂ ਕਰਕੇ, ਲਾਲਚ ਦੇ ਕੇ ਸੰਸਕਾਰ ਕਰਵਾਇਆ ਸੀ। ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਵਿਚੋਲਗੀ ਕਰਦੇ ਰਹੇ ਨੇ, ਦਲਾਲੀਆਂ ਕਰਦੇ ਰਹੇ ਨੇ। ਇਹ 3 ਅਫਸਰ ਉੱਥੇ ਮੈਂ ਜਿਹੜੇ ਸਿਆਣ ਲੈ, ਤਾਂ ਮਤਲਬ ਕਮਾਲ ਦੀ ਗੱਲ ਹੈ ਕਿ ਪਾਣੀ ਉਹਨਾਂ ਨੇ ਛੱਡਿਆ ਸੀ, ਢੱਲੇਵਾਲ ਹੋਰਾਂ ਨੇ, ਇਸ ਕਰਕੇ ਕਿ ਸਾਡੇ ਬੰਦੇ ਛੱਡੋਗੇ ਤੇ ਮੈਂ ਪਾਣੀ ਵੀ ਪੀਊਂਗਾ, ਨਹੀਂ ਤਾਂ ਪਾਣੀ ਵੀ ਨਹੀਂ ਪੀਣਾ, ਮਤਲਬ ਕਿ ਮੈਂ ਮਰੂੰਗਾ, ਦਵਾਈ ਵੀ ਨਹੀਂ ਲੈਣੀ। ਤੇ ਤਾਂ ਹੀ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਸੀਗੀਆਂ ਕਿ ਢੱਲੇਵਾਲ ਦੀ ਹਾਲਤ ਜਿਹੜੀ ਆ ਉਹ ਬਹੁਤ ਜ਼ਿਆਦਾ ਨਾਜ਼ੁਕ ਆ। ਰਾਤੀ ਕੁਹਾੜੂਰੀ ਉੱਥੋਂ ਆਏ ਨੇ ਛੁੱਟ ਕੇ ਜੇਲ੍ਹ ਚੋਂ, ਉਹਨਾਂ ਨੇ ਵੀ ਆ ਕੇ ਆਈਓ ਗੱਲ ਕਹੀ। ਤਾਂ ਮਤਲਬ ਜਦੋਂ ਬੰਦੇ ਛੱਡੇ ਗਏ ਤੇ ਪਾਣੀ ਪੀ ਲਿਆ। ਹੁਣ ਇਹ ਤੇ ਕੋਈ ਵੱਡੀ ਗੱਲ ਨਹੀਂ ਸੀ, ਪਾਣੀ ਛੱਡਿਆ, ਪਾਣੀ ਦੁਬਾਰਾ ਪੀ ਲਿਆ। ਪਰ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਭੋਜਨ ਤੋਂ ਬਿਨਾ ਕੈਂਸਰ ਦਾ ਮਰੀਜ਼ ਇੰਨੇ ਦਿਨ ਤੇ ਪਾਣੀ ਤੋਂ ਬਗੈਰ ਇੰਨੇ ਦਿਨ। ਗੁਰਪ੍ਰੀਤ ਜੀ, ਸਵਾਲ ਤੇ ਬਹੁਤ ਵੱਡੇ ਨੇ ਨਾ। ਤੁਸੀਂ ਸੋਚ ਕੇ ਦੇਖੋ ਕਿ ਜਿਹੜਾ ਬੰਦਾ ਭੋਜਨ ਤੋਂ ਬਿਨਾ 123ਵੇਂ ਦਿਨ ਚ ਹੈ ਜੀ, ਤੇ ਪਾਣੀ ਛੱਡੇ ਨੂੰ ਅੱਜ ਤੁਸੀਂ ਦੇਖੋ ਕਿੰਨੇ ਦਿਨ ਹੋ ਗਏ। ਸਵਾਲ ਤੇ ਵੀ ਪੈਦਾ ਹੋਣਗੇ, ਕਿਉਂਕਿ ਤੁਸੀਂ ਦਵਾਈ ਵੀ ਨਹੀਂ ਲੈ ਰਹੇ, ਮਤਲਬ ਕਿ ਗਲੂਕੋਜ਼ ਵੀ ਨਹੀਂ ਲੈ ਰਹੇ। ਇਹ ਚੱਲ ਕੀ ਰਿਹਾ ਸਮਝੋ ਬਾਹਰ ਆ। ਪਰ ਬਾਅਦ ਚ ਜਦੋਂ ਇਹਨਾਂ ਨੇ ਸਫਾਈ ਦਿੱਤੀ ਕਿ ਦੇਖੋ ਜੀ ਬੰਦੇ ਛੁੱਟ ਗਏ ਸੀ ਤੇ ਫਿਰ ਪਾਣੀ ਪੀਣ ਚ ਕੀ ਹਰਜ ਆ, ਉਦੋਂ ਤੱਕ ਡੱਲੇਵਾਲ ਸਾਹਿਬ ਜਿਹੜੇ ਕੱਲ ਦੇ ਨਾਇਕ ਸੀ, ਉਦੋਂ ਤੱਕ ਫੇਸਬੁੱਕ ਤੇ ਪੂਰੀ ਤਰ੍ਹਾਂ ਧੋ ਦਿੱਤੇ ਗਏ ਸੀ। ਉਹ ਤੁਸੀਂ ਵੇਖ ਸਕਦੇ ਹੋ। ਤਾਂ ਸਰਕਾਰ ਫੇਰ ਕਾਮਯਾਬ ਹੋਈ। ਜਿਵੇਂ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਕਿ ਹੁਣ ਸਰਕਾਰ ਇਹਨਾਂ ਨੂੰ ਬਦਨਾਮ ਕਰੇਗੀ। ਤੁਸੀਂ ਇਸ ਗੱਲ ਨੂੰ ਚੇਤੇ ਰੱਖਣਾ, ਜੋ ਮੇਰੀ ਫੇਰ ਦੁਬਾਰਾ ਕਹਿ ਲਓ ਕਿ ਆਬਜ਼ਰਵੇਸ਼ਨ ਹੈ, ਜੋ ਮੇਰਾ ਨਜ਼ਰੀਆ ਹੈ ਵੇਖਣ ਦਾ, ਚੀਜ਼ਾਂ ਨੂੰ ਸੋਚਣ ਦਾ, ਕਿ ਇਹਨਾਂ ਨੂੰ ਹਾਲੇ ਇਹ ਫੰਡਿੰਗ ਚ ਉਲਝਾ ਸਕਦੇ ਆ, ਹੋਰ ਇਹਨਾਂ ਦੇ ਅੰਦਰੂਨੀ ਕਿੱਸੇ ਕੱਢ ਕੇ ਡਿਫੇਮ ਕਰ ਸਕਦੇ, ਕੱਲਾ ਸਪਰੈਸ ਨਹੀਂ ਕਰਨਗੇ। ਔਰ ਤੁਸੀਂ ਇਹ ਦੇਖੋ ਕਿ ਇਹਨਾਂ ਨੂੰ ਉਲਝਾ ਕੇ ਸਾਈਲੋ ਸਿਸਟਮ ਜਿਹੜਾ ਬਿਲਕੁਲ ਤਿਆਰ ਕਰ ਦਿੱਤਾ ਗਿਆ ਪੰਜਾਬ 'ਚ, ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਐਸੀ ਚਾਲ ਚੱਲੀ ਆ, ਉਹਦਾ ਵੀ ਇੰਕਸ਼ਾਫ ਕਰਾਂਗੇ ਆਪਾਂ ਕਿਸੇ ਦਿਨ, ਕਰ ਲਈਏ ਕਾਗਜ਼ ਪੱਤਰ, ਕਿ ਇਹ ਹੈਰਾਨ ਰਹਿ ਜਾਣਗੇ, ਲੋਕ ਵੀ ਹੈਰਾਨ ਰਹਿ ਜਾਣਗੇ ਕਿਸ ਤਰ੍ਹਾਂ ਸਾਈਲੋ ਸਿਸਟਮ ਚਾਲੂ ਹੋਇਆ ਪੰਜਾਬ ਦੇ ਵਿੱਚ। ਲਿਹਾਜ਼ਾ ਡੱਲੇਵਾਲ ਹੋਰਾਂ ਦਾ ਗਰੁੱਪ ਜਿਹੜਾ ਉਹ ਹੁਣ ਸਫਾਈਆਂ ਦੇ ਰਿਹਾ। ਸਾਡੇ ਵਰਗਿਆਂ ਨੂੰ ਵੀ ਟੈਲੀਫੋਨ ਕਰ ਰਹੇ ਆ ਇਹਨਾਂ ਦੇ IT ਵਾਲੇ ਕਿ ਨਹੀਂ ਵੀਰੇ ਗੱਲ ਇਦਾਂ ਹੋਈ ਸੀਗੀ। ਪਰ ਤੁਹਾਨੂੰ ਪਤਾ ਵੱਡੇ ਅਖਬਾਰ ਜਿਹੜੇ ਨੈਸ਼ਨਲ ਅਖਬਾਰ ਸੀ, ਉਹਨਾਂ ਨੇ ਇਹੋ ਹੀ ਫੈਲਾ ਦਿੱਤਾ ਕਿ ਮਰਨ ਵਰਤ ਤੋੜ ਦਿੱਤਾ। ਇਹ ਸਭ ਸਟੇਟ ਦੀਆਂ ਚਾਲਾਂ ਹੁੰਦੀਆਂ। ਤਾਂ ਮੇਰੇ ਖਿਆਲ ਦੇ ਨਾਲ ਇਹ ਜਾਂ ਤਾਂ ਉਲਝ ਗਏ ਆ ਤੇ ਜਾਂ ਉਲਝਣਾ ਚਾਹੁੰਦੇ ਹੀ ਸੀ। ਜੀ, ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਪਟਿਆਲਾ 'ਚ ਹੋਈ ਕਰਨਲ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਪੁਲਿਸ ਤੇ ਲਗਾਤਾਰ ਜਿਹੜੇ ਲੱਗ ਰਹੀ ਸੀ, ਗੱਲਬਾਤ ਚੱਲ ਰਹੀ ਸੀ, ਤੇ ਹੁਣ ਕੀ ਕਹਿ ਰਹੀ ਹੈ ਜੀ ਖਬਰ ਕਿ ਇੱਕ ਵਾਰ ਫਿਰ ਤੋਂ ਕਸੂਤੀ ਘਿਰ ਗਈ ਹੈ ਜੀ ਪੁਲਿਸ। ਦੇਖੋ, ਅੱਜ ਸੁਣਵਾਈ ਹੋਈ ਸੀਗੀ। ਸੁਣਵਾਈ ਦੇ ਵਿੱਚ ਨਾ 2-3 ਹੀ ਬਿੰਦੂ ਜਿਹੜੇ ਆ ਉਹ ਕਹਿ ਲਓ ਕਿ ਕਾਬਲੇ ਗੌਰ ਆ। ਇੱਕ ਤੇ ਇਹ ਆ ਕਿ ਦੇਖੋ, ਜਦੋਂ ਜਾ ਕੇ ਪੁਲਿਸ ਨੇ ਕਿਹਾ, ਖਾਸ ਤੌਰ ਤੇ ਅੱਜ ਦੀ ਜਿਹੜੀ ਸੂਈ ਸੀ ਉਹ ਨਾਨਕ ਸਿੰਘ ਤੇ ਰਹੀ। ਨਾਨਕ ਸਿੰਘ ਹੋਰਾਂ ਨੇ ਕਿਹਾ ਕਿ ਦੇਖੋ ਜੀ, ਉਹਨਾਂ ਨੇ ਕਿਹਾ ਕਿ FIR 'ਚ ਦੇਰੀ ਕਿਉਂ ਹੋਈ ਸੀ। ਠੀਕ ਹੈ ਜੀ। ਤਾਂ ਜਦੋਂ ਮਤਲਬ ਇਹਨਾਂ ਨੇ ਕਿਹਾ ਕਿ ਬਈ ਜੀ ਸਰ ਉਹ ਤਾਂ ਪੁਲਿਸ ਜਿਹੜੀ ਸੀਗੀ ਉਹ ਸਾਡੀ ਲੱਗੀ ਹੋਈ ਸੀਗੀ, ਇੱਧਰ ਲੱਗੀ ਹੋਈ ਸੀ ਜੀ, ਉਧਰ ਲੱਗੀ ਹੋਈ ਸੀ। ਉਹਨਾਂ ਨੇ ਆਖਿਆ ਅੱਛਾ ਠੀਕ ਹੈ, ਕੋਈ ਗੱਲ ਨਹੀਂ। ਉਹਨਾਂ ਆਖਿਆ ਏਦਾਂ ਕਰੋ, ਅਗਲੀ ਤਾਰੀਖ ਤੇ ਉਹ ਸਾਰਾ ਡਾਟਾ ਲੈ ਕੇ ਆਇਓ ਜਿਹਦੇ ਵਿੱਚ ਇਹ ਦੱਸਿਆ ਜਾਵੇ ਕਿ ਉਸ ਸਮੇਂ ਦੇ ਦੌਰਾਨ ਕੀ ਪਟਿਆਲੇ ਦੇ ਵਿੱਚ ਕੋਈ ਵੀ FIR ਦਰਜ ਨਹੀਂ ਕੀਤੀ ਗਈ। ਤੇ ਸੁਣਨ ਦੇ ਵਿੱਚ ਆਇਆ ਕਿ 7 FIR ਉਸ ਸਮੇਂ ਕੱਟੀਆਂ ਗਈਆਂ ਪਟਿਆਲੇ ਦੇ ਵਿੱਚ। ਉੱਥੇ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਮਾਮਲਾ ਫਸ ਗਿਆ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਮੁਲਾਜ਼ਮ ਸਨ
ਇਹਨਾਂ ਦੀ DDR ਵਗੈਰਾ ਜਾਂ ਐਂਟਰੀ ਵਗੈਰਾ ਕਿ ਉੱਥੇ ਕਿਵੇਂ ਫਿਰਦੇ ਸੀਗੇ, ਉਹ ਸਾਰਾ ਕੁਝ ਲਿਆ ਕੇ ਦੇਵੋ। ਤੀਜੀ ਚੀਜ਼, ਉਹਨਾਂ ਨੇ ਆਖਿਆ ਕਿ ਨਾਨਕ ਸਿੰਘ ਦਾ ਕਾਲ ਰਿਕਾਰਡ ਚਾਹੀਦਾ ਸਾਨੂੰ, ਸਾਰਾ CDR ਲੈ ਕੇ ਆਓ। ਇਹ ਕਾਹਦੇ ਲਈ? ਗੁਰਪ੍ਰੀਤ ਜੀ, ਦਰਅਸਲ ਕੀ ਹੈ ਕਿ ਡਿਫੈਂਸ ਨੇ ਇਹ ਗੱਲ ਕਹੀ ਕਿ ਵੇਖੋ ਜੀ, ਇਹਨਾਂ ਮਤਲਬ ਕਿ ਇੱਕ ਕਾਲ ਹੋਈ ਆ ਜੀ ਨਾਨਕ ਸਿੰਘ ਨੇ ਇਹ ਗੱਲ ਕਹੀ ਕਿ ਮੈਨੂੰ ਤੇ ਦੇਰ ਨਾਲ ਪਤਾ ਲੱਗਿਆ ਜੀ, ਮੈਨੂੰ ਪਤਾ ਹੀ ਨਹੀਂ ਲੱਗਿਆ ਇਸ ਘਟਨਾਕ੍ਰਮ ਦਾ। ਉਹਨਾਂ ਨੇ ਕੱਢ ਕੇ ਜੋ ਇਹਨਾਂ ਦਾ ਢਿੱਲੋਂ ਇੰਸਪੈਕਟਰ ਆ, ਉਹਦਾ ਕਾਲ ਡਿਟੇਲ ਰਿਕਾਰਡ ਜਿਹੜਾ ਉਹ ਲਾ ਦਿੱਤਾ, CDR ਲਾ ਦਿੱਤੀ ਕਿ ਨਾਨਕ ਸਿੰਘ ਨੇ ਖੁਦ ਫੋਨ ਕੀਤਾ ਸੀਗਾ, ਤੇ ਉਹਦੇ ਵਿੱਚ ਉਹਨਾਂ ਦਾ ਦਾਅਵਾ ਸੀ ਕਥਿਤ ਤੌਰ ਤੇ ਕਿ ਬਾਈ ਕੋਈ ਗੱਲ ਨਹੀਂ, ਸੰਭਾਲ ਲਵਾਂਗੇ। ਮਤਲਬ ਕਿ ਨਾਨਕ ਸਿੰਘ ਕਹਿੰਦੇ ਆ ਕਿ ਮੈਨੂੰ ਤੇ ਪਤਾ ਹੀ ਨਹੀਂ, ਜਦ ਕਿ ਉਹਨਾਂ ਹੀ ਇੰਸਪੈਕਟਰਾਂ ਚੋਂ ਇੱਕ ਨੂੰ ਇਹਨਾਂ ਨੇ ਖੁਦ ਕਾਲ ਲਾਈ ਆ। ਉਹਨਾਂ ਆਖਿਆ ਨਾਨਕ ਸਿੰਘ ਦਾ ਫਿਰ ਕਾਲ ਡਿਟੇਲ ਰਿਕਾਰਡ ਵੀ ਲੈ ਆਓ। ਤਾਂ ਤੁਸੀਂ ਸੋਚੋ ਤਾਂ ਸਹੀ ਨਾ ਭਾਈ, ਕਿੱਦਾਂ ਦਾ ਮਸਲਾ ਜਿਹੜਾ ਹੈ ਉਹ ਹੁਣ ਉਲਝਦਾ ਜਾ ਰਿਹਾ, ਸਭ ਉਲਝਦਾ ਜਾ ਰਿਹਾ। ਤਾਂ ਬਹਰਹਾਲ ਹੁਣ ਜੇ ਆਪਾਂ ਅੱਜ ਦੀ ਸੁਣਵਾਈ ਦਾ ਸਿੱਟਾ ਕੱਢੀਏ ਤਾਂ ਅਗਲੀ ਸੁਣਵਾਈ ਤੇ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਆ ਕੇ ਪੇਸ਼ ਕਰਨੀਆਂ ਪੈਣਗੀਆਂ। ਗੱਲ ਸਾਰੀ ਜਿਹੜੀ ਆ ਉਹ ਨਾਨਕ ਸਿੰਘ ਤੇ ਆ ਕੇ ਰੁਕ ਗਈ ਆ। ਨਾਨਕ ਸਿੰਘ ਤੇ ਆ ਕੇ ਇਕੱਲੀ ਗੱਲ ਰੁਕੀ ਨਹੀਂ, ਮੈਨੂੰ ਲੱਗਦਾ ਕਿ ਨਾਨਕ ਸਿੰਘ ਬਹੁਤ ਬੁਰੀ ਤਰ੍ਹਾਂ ਇਹਦੇ ਚ ਘਿਰ ਜਾਣਗੇ। ਜਿਵੇਂ ਜਿਵੇਂ ਇਹ ਕੇਸ ਅੱਗੇ ਵੱਧ ਰਿਹਾ, ਤਿਵੇਂ ਸਥਿਤੀ ਜਿਹੜੀ ਆ ਉਹ ਉਦਾਂ ਦੀ ਉਹ ਬਣਦੀ ਨਜ਼ਰ ਆ ਰਹੀ ਆ ਜਿਵੇਂ ਤੁਸੀਂ ਲਾਰੈਂਸ ਦੀ ਜੇਲ੍ਹ ਇੰਟਰਵਿਊ ਵਾਲੀ ਸਥਿਤੀ ਵੇਖੀ ਸੀ। ਲਗਭਗ ਸਥਿਤੀ ਵੈਸੀ ਹੀ ਬਣਦੀ ਨਜ਼ਰ ਆ ਰਹੀ ਹੈ ਮੇਰੇ ਖਿਆਲ ਦੇ ਨਾਲ। ਇਹ ਜਿਵੇਂ ਉਹਦੇ ਵਿੱਚ ਵੀ ਕੁਝ ਬੰਦੇ ਫਸ ਗਏ ਸੀਗੇ, ਤਾਂ ਇਹ ਉਹੀ ਲੱਗਦਾ ਮੈਨੂੰ ਕਿ ਇਸ ਮਾਮਲੇ ਦੇ ਵਿੱਚ ਵੀ ਹੁਣ ਪੁਲਿਸ ਫਸ ਗਈ ਆ। ਕਿਉਂਕਿ ਦੇਖੋ, ਚਲੋ ਕਸੂਰ ਕਿਸ ਦਾ ਨਹੀਂ ਹੈ, ਉਹ ਤੇ ਬਾਅਦ ਦੇ ਵਿੱਚ ਹੋ ਗਿਆ ਸਭ, ਉਹ ਤੇ ਹੁਣ ਜਾਂਚ ਪੜਤਾਲ ਜਿਵੇਂ ਵਧੇਗੀ ਤਿਵੇਂ ਠੀਕ ਆ। ਪਰ ਇਹਦੇ ਵਿੱਚ ਜੋ ਪੁਲਿਸ ਨੇ ਇਸ ਖਿਲਾਰੇ ਨੂੰ ਕੱਜਣ ਦਾ ਯਤਨ ਕੀਤਾ, ਜੋ ਢੰਗ ਵਰਤੇ ਨੇ, ਉਹਦੇ ਵਿੱਚ ਉਲਝਦੀ ਨਜ਼ਰ ਆ ਰਹੀ ਹੈ ਜੀ। ਸੋ ਮੈਂ ਅੱਜ ਸੋਸ਼ਲ ਮੀਡੀਆ ਤੇ ਕਿਤੇ ਪੜ ਰਿਹਾ ਸੀ, ਬੜੀ ਚੰਗੀ ਗੱਲ ਲਿਖੀ ਹੋਈ ਸੀ, ਉਹ ਇਹਦੇ ਨਾਲ ਜੁੜਤੀ ਨਜ਼ਰ ਆ ਰਹੀ ਹੈ, ਇਸ ਕਰਕੇ ਮੈਂ ਸਾਂਝੀ ਕਰ ਦਿੰਦਾ। ਉੱਥੇ ਲਿਖਿਆ ਹੋਇਆ ਸੀ ਕਿ ਜਿੰਨੀ ਰਫ਼ਤਾਰ ਦੇ ਨਾਲ ਅਸੀਂ ਸਰਕਾਰੀ ਆਫੀਸ਼ੀਅਲਸ ਦੀਆਂ ਗੱਡੀਆਂ ਨੂੰ ਸੜਕਾਂ ਤੇ ਦੌੜਦੇ ਹੋਏ ਦੇਖਦੇ ਹਾਂ, ਮੈਂ ਕਿਸੇ ਵੀ ਦਫ਼ਤਰ ਦੇ ਵਿੱਚ ਜਾ ਕੇ ਇੰਨੀ ਰਫ਼ਤਾਰ ਜਿਹੜੀ ਵਰਤੀ ਗਈ ਸੀ, ਉਨੀ ਰਫ਼ਤਾਰ ਨਾਲ ਕੀਤੇ ਜਾਂਦੇ ਕੰਮਾਂ ਨੂੰ ਨਹੀਂ ਦੇਖਿਆ। ਵੀ ਜਿਹੜੀ ਰਫ਼ਤਾਰ ਵੱਟੀ ਸੀ ਸੜਕ ਤੇ ਲੋਕਾਂ ਨੂੰ ਖੱਜਲ ਕਰਦਿਆਂ, ਉਹ ਕਿਤੇ ਨਜ਼ਰ ਨਹੀਂ ਆਉਂਦੀ ਜਦੋਂ ਜਾਂਦੇ ਆ ਦਫ਼ਤਰਾਂ ਦੇ ਵਿੱਚ, ਥਾਣਿਆਂ ਦੇ ਵਿੱਚ। ਸੋ ਇਸ ਕਰਕੇ ਹੁਣ ਨਾਨਕ ਸਿੰਘ ਦਾ ਵੀ ਉਹੀ ਹਾਲ ਹੈ, ਜਿੱਦਾਂ ਤੁਸੀਂ ਦੱਸਿਆ ਕਿ 7 FIR ਪਟਿਆਲੇ 'ਚ ਦਰਜ ਹੋ ਗਈਆਂ, ਪਰ ਇਹੀ ਕਰਦਿਆਂ ਇਹਨਾਂ ਦੇ ਹੱਥ ਦੁਖਦੇ ਸੀ ਕਿਉਂਕਿ ਇਹਦੇ 'ਚ ਆਪਣੇ ਬੰਦਿਆਂ ਦੇ ਖਿਲਾਫ ਲਿਖਣਾ ਪੈਣਾ ਸੀ ਕਿ ਕੀ ਕੁਝ ਉਹਨੇ ਕੀਤਾ। ਪਰ ਆਪਾਂ ਚੱਲਦੇ ਹਾਂ ਜੀ ਅਗਲੀ ਖਬਰ ਤੇ ਅਕਾਲੀ ਹੁਣ ਕਹਿੰਦੇ ਵੀ ਜਿਹੜੀ ਧਮਕੀ ਮਿਲੀ ਹੈ ਉਹਨਾਂ ਦੇ ਐਡਵੋਕੇਟ ਸਾਹਿਬ ਨੂੰ, ਉਸ ਮਾਮਲੇ 'ਚ ਹਾਈ ਕੋਰਟ ਦਾ ਰੁਖ ਕਰ ਸਕਦੇ ਨੇ ਜੀ। ਗੁਰਪ੍ਰੀਤ ਜੀ, ਅੱਜ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ। ਕਲੇਰ ਸਾਹਿਬ ਆਏ ਸੀਗੇ ਸਾਹਮਣੇ। ਹੁਣ ਮੈਂ ਉਹ ਪ੍ਰੈਸ ਕਾਨਫਰੰਸ ਕਿਉਂਕਿ ਦੇਰ ਸ਼ਾਮੀ ਹੋਈ ਆ, ਉਹ ਮੈਂ ਸਾਰੀ ਤੇ ਨਹੀਂ ਸੁਣ ਸਕਿਆ, ਪਰ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੇ ਅੱਜ ਕੱਲ ਭਰਤੀ ਕਰਨ ਵਾਲੀ ਜਿਹੜੀ ਮੁਹਿੰਮ ਆ, ਉਹ ਜਿਹੜੀ ਕਮੇਟੀ ਚੱਲ ਰਹੀ ਆ, ਉਹਦੇ ਤੇ ਵੀ ਨਿਸ਼ਾਨੇ ਜਿਹੜੇ ਆ ਉਹ ਕੱਸਣੇ ਸ਼ੁਰੂ ਕਰ ਦਿੱਤੇ ਆ ਕਿ ਅੱਜ ਵਿਧਾਨ ਸਭਾ 'ਚ ਪੰਥਕ ਮਰਿਆਦਾ ਦਾ ਜੋ ਘਾਣ ਕੀਤਾ ਉਹ ਨਿੰਦਣਯੋਗ ਆ। ਮਨਪ੍ਰੀਤ ਸਿੰਘ ਇਆਲੀ ਤੇ ਦੋਸ਼ ਲਾਇਆ, ਠੀਕ ਹੈ ਜੀ। ਤਾਂ ਮਤਲਬ ਇਹਨਾਂ ਨੇ ਮਨਪ੍ਰੀਤ ਇਆਲੀ ਤੇ ਇਹ ਗੱਲ ਕਹੀ ਆ। ਤੇ ਦੂਜਾ ਦਰਅਸਲ ਕੀ ਹੈ ਕਿ ਇੱਕ ਨਾ ਆਡੀਓ ਜਿਹੜੀ ਆ ਵਾਇਰਲ ਹੋਈ, ਤੁਹਾਨੂੰ ਪਤਾ ਉਹਦੇ 'ਚ ਜਤਿੰਦਰ ਸਿੰਘ ਭੰਗੂ ਦਾ ਨਾਮ ਲਿਆ ਗਿਆ। ਜਤਿੰਦਰ ਸਿੰਘ ਭੰਗੂ ਕਹਿ ਲੋ ਕਿ ਬੜੇ ਸੀਨੀਅਰ ਨੇ ਮੰਡੀ ਬੋਰਡ ਦੇ ਵਿੱਚ, ਤੇ ਉਹ ਸਿੱਖ ਮੂਵਮੈਂਟ ਦੇ ਵਿੱਚ ਵੀ ਸ਼ਾਮਲ ਰਹੇ ਨੇ। ਇਹ ਗੱਲ ਉਹਨਾਂ ਨੇ ਮੈਨੂੰ ਆਪ ਦੱਸੀ ਆ, ਮੈਂ ਤਸਦੀਕ ਕੀਤੇ ਤੋਂ ਬਿਨਾਂ ਕੋਈ ਵੀ ਗੱਲ ਕਰਨ 'ਚ ਯਕੀਨ ਨਹੀਂ ਰੱਖਦਾ। ਹੁਣ ਚਰਚਾਵਾਂ ਕਈ ਸਨ, ਪਹਿਲਾਂ ਇਹ ਚੋਣ ਚਰਚਾ ਚੱਲਦੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਰੈਂਡਰ 'ਚ ਉਹਨਾਂ ਦੀ ਭੂਮਿਕਾ ਸੀ। ਅੰਮ੍ਰਿਤਸਰ ਵਿਖੇ ਜੋ ਧਰਨਾ ਲੱਗਾ ਸੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ, ਉਹਦੇ 'ਚ ਸਾਰੀ ਰਣਨੀਤੀ ਉਹਨਾਂ ਦੀ ਸੀ, ਤੇ ਕੰਪੇਨ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਉਹਨਾਂ ਨੇ ਸਾਰੀ ਸਾਂਭੀ ਸੀ। ਐਸੀ ਚੋਣ ਚਰਚਾ ਉਹਨਾਂ ਬਾਰੇ ਪਹਿਲਾਂ ਛਿੜਦੀ ਸੀ। ਹੋਇਆ ਕਿ ਇੱਕ ਟੈਲੀਵਿਜ਼ਨ ਦੇ ਡਿਬੇਟ ਦੇ ਦੌਰਾਨ ਚਰਨਜੀਤ ਸਿੰਘ ਬਰਾੜ ਤੇ ਅਰਸ਼ਦੀਪ ਸਿੰਘ ਕਲੇਰ ਆਪਸ ਦੇ ਵਿੱਚ ਖਹਿਬੜੇ,
ਤੇ ਕਲੇਰ ਸਾਹਿਬ ਨੇ ਆਖ ਦਿੱਤਾ ਕਿ ਤੁਸੀਂ ਮੰਡੀ ਬੋਰਡ ਦੇ ਦਫ਼ਤਰਾਂ 'ਚ ਏਜੰਸੀਆਂ ਨਾਲ ਮੀਟਿੰਗਾਂ ਕਰਦੇ ਜੀ। ਇਸ ਤੋਂ ਬਾਅਦ ਭੰਗੂ ਸਾਹਿਬ ਨੇ ਕਾਲ ਲਾਈ ਆ, ਕਲੇਰ ਕਹਿੰਦੇ ਆ ਕਿ ਵੀ ਮੈਨੂੰ ਗਾਲਾਂ ਕੱਢੀਆਂ ਪਹਿਲਾਂ ਗੰਦੀਆਂ ਤੇ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ। ਉਹ ਆਡੀਓ ਤੁਸੀਂ ਸਾਰੀ ਦੇਖੀ ਹੋਣੀ ਆ, ਆਪਾਂ ਕੋਈ ਪੁਸ਼ਟੀ ਤੇ ਨਹੀਂ ਕਰਦੇ, ਪਰ ਭੰਗੂ ਸਾਹਿਬ ਇਹ ਗੱਲ ਕਹਿੰਦੇ ਆ ਕਿ ਮੈਂ ਗੁੱਸੇ ਦੇ ਵਿੱਚ ਕਾਲ ਜ਼ਰੂਰ ਲਾਈ ਸੀਗੀ, ਕਿਉਂਕਿ ਇਹਨਾਂ ਦੇ ਪਿਤਾ ਨੇ ਸੈਣੀ ਦਾ ਮੁਕੱਦਮਾ ਜਾਂ ਹੋਰ ਇਸ ਤਰ੍ਹਾਂ ਦੇ ਬੰਦਿਆਂ ਦੇ ਮੁਕੱਦਮੇ ਲੜੇ ਸੀ ਉਸ ਵੇਲੇ, ਤੇ ਗੁੱਸਾ ਸੀਗਾ ਕਿ ਹੁਣ ਤੁਸੀਂ ਸਾਡੇ ਮਹਿਕਮੇ ਨੂੰ ਵੀ ਬਦਨਾਮ ਕਰ ਰਹੇ ਹੋ ਤੇ ਮੈਂ ਉਸ ਚੇਅਰ ਤੇ ਬੈਠਾ। ਕਾਲ ਤੇ ਇਸ ਕਰਕੇ ਲਾਈ ਸੀਗੀ ਕਿ ਮੈਂ ਤੇਰੇ ਤੇ ਡੈਫਾਮੇਸ਼ਨ ਦਾ ਕੇਸ ਪਾਉਂਗਾ। ਇਹ ਡਰ ਗਿਆ ਤੇ ਇਹਨੇ AI ਦੇ ਨਾਲ ਇਹ ਫੇਕ ਜਿਹੜੀ ਆ ਉਹ ਆਡੀਓ ਤਿਆਰ ਕਰ ਲਈ ਆ, ਤੇ ਬਾਕੀ ਉਹਨਾਂ ਨੇ ਸਾਰਾ ਕੁਝ ਡਿਨਾਈ ਕੀਤਾ। ਮੈਂ ਜਿਹੜੀਆਂ ਗੱਲਾਂ ਕਹੀਆਂ ਚੁੰਝ ਚਰਚਾ ਵੀ ਆ ਚੱਲਦੀ ਸੀ ਇਹਨਾਂ ਬਾਰੇ, ਉਹ ਸਾਰੀਆਂ ਗੱਲਾਂ ਮੈਂ ਪੁੱਛੀਆਂ ਉਹਨਾਂ ਤੋਂ ਵਾਰ-ਵਾਰ, ਤੇ ਇੱਕੋ ਗੱਲ ਉਹਨਾਂ ਨੇ ਇੱਕ ਨਵੀਂ ਦੱਸੀ ਹੈ, ਜਿਹੜੀ ਨਵੀਂ ਜਾਣਕਾਰੀ ਹੈ ਤੁਹਾਡੇ ਲਈ, ਕਿ ਜਿਸ ਦਿਨ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਆ, ਉਹ ਕਹਿੰਦੇ ਆ ਕਿ ਉਸ ਦਿਨ ਉਸ ਗੁਰੂ ਘਰ ਦੇ ਵਿੱਚ ਮੇਰਾ ਸੰਪਟ ਪਾਠ ਦਾ ਭੋਗ ਸੀਗਾ ਤੇ ਮੇਰੀ ਹਾਜ਼ਰੀ ਉੱਥੇ ਬਣਦੀ ਸੀਗੀ, ਤਾਂ ਮੈਂ ਉਸ ਵੇਲੇ ਹਾਜ਼ਰ ਸੀ। ਕਿਉਂਕਿ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਸਰ ਫੋਟੋ ਦੇ ਵਿਚਲੇ ਜੋ ਚਰਚੇ ਆ ਕਿ ਤੁਸੀਂ ਹੋ, ਕਿ ਫੋਟੋ ਤੁਹਾਡੀ ਆ, ਕਿਉਂਕਿ ਪਿੱਠ ਨਜ਼ਰ ਆ ਰਹੀ ਆ, ਪਿੱਛਾ ਨਜ਼ਰ ਆਉਂਦਾ। ਉਹਨਾਂ ਨੇ ਕਿਹਾ ਕਿ ਬਿਲਕੁਲ ਇਹ ਮੇਰੀ ਹੀ ਫੋਟੋ ਆ, ਤੇ ਉੱਥੇ ਕਿਉਂਕਿ ਅਫਸਰ ਸਾਰੀ ਜਾਣਦੀ ਸੀਗੀ, ਮੈਂ ਮੌਜੂਦ ਸੀ। ਤਾਂ ਮਤਲਬ ਕਿ ਦੂਜੀਆਂ ਗੱਲਾਂ ਕਿ IB ਦਾ ਕੋਈ ਆਪਰੇਸ਼ਨ ਕੀਤਾ ਜਾ ਰਿਹਾ ਜਿਹਦੇ ਨਾਲ ਕਿ ਬਈ ਮੇਨ ਸਟ੍ਰੀਮ 'ਚ ਇਹੋ ਜਿਹੇ ਬੰਦਿਆਂ ਨੂੰ ਲਿਆਂਦਾ ਜਾਵੇ, ਅਮਰਤਪਾਲ ਸਿੰਘ ਵਰਗਿਆਂ ਨੂੰ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਧਾਰ ਨਹੀਂ ਮਾਰਦੇ ਏਜੰਸੀਆਂ, ਤੇ ਉਹਨਾਂ ਦਾ ਸ਼ਬਦ ਸੀ ਜਿਹੜਾ ਮੈਂ ਕੋਟ ਕਰ ਦਿੱਤਾ ਤੁਹਾਨੂੰ। ਤਾਂ ਮਤਲਬ ਕਿ ਦੂਜੇ ਪਾਸੇ ਅਕਾਲੀ ਇਹ ਗੱਲ ਕਹਿੰਦੇ ਆ ਕਿ ਇਹ ਸਾਰਾ ਕੁਝ ਜਿਹੜਾ ਅਮਰਤਪਾਲ ਸਿੰਘ ਦਾ ਜਾਂ ਏਜੰਸੀਆਂ ਦਾ, ਜਿਵੇਂ ਉਹ ਕਹਿੰਦੇ ਆ, ਅੱਜ ਦੀ PC ਦੇ ਵਿੱਚ ਵੀ ਉਹਨਾਂ ਨੇ ਸ਼ਾਇਦ ਇੱਕ ਇਸ਼ਾਰਾ ਕੀਤਾ ਇੱਧਰ, ਤਾਂ ਉਹ ਤਾਂ ਬੋਲ ਹੀ ਰਹੇ ਆ। ਨਾਲ ਉਹ ਕਹਿ ਰਹੇ ਆ ਕਿ ਕੰਪਲੇਂਟ ਅਸੀਂ ਕਰ ਦਿੱਤੀ ਹੈ DGP ਨੂੰ, ਜੇਕਰ DGP ਜਾਂ ਪੁਲਿਸ ਸਰਕਾਰ ਇਹ ਸਾਰੇ ਕੋਈ ਐਕਸ਼ਨ ਨਹੀਂ ਲੈਂਦੇ, ਤਦ ਅਸੀਂ 1-2 ਦਿਨਾਂ ਦੇ ਵਿੱਚ ਇਸ ਸੰਬੰਧੀ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਆਪਣੀ ਦਾਦ ਫਰਿਆਦ ਜਿਹੜੀ ਉਹ ਰੱਖ ਦੇਵਾਂਗੇ ਜੀ। ਜੀ, ਸੋ ਅਗਲੀ ਖਬਰ ਦਾ ਜੇਕਰ ਰੁਖ ਕਰੀਏ ਤਾਂ ਪਾਸਟਰ ਬਜਿੰਦਰ ਜਿਹੜਾ ਸੀ, ਉਹਨਾਂ ਦੇ ਉਹ ਦੋਸ਼ ਤੈਅ ਹੋ ਗਏ ਨੇ ਤੇ ਹੁਣ 1 ਤਰੀਕ ਨੂੰ ਫਾਇਰ ਕਰ ਦੇਣਾ ਜੀ। ਕਹਿੰਦੇ ਰੋਗ ਫੜ ਲਿਆ ਤੇ ਹੁਣ ਬਸ ਫਾਇਰ ਹੀ ਕਹਿਣਾ ਹੈ, ਪਾਇਓ ਤਾਂ ਜੀ ਚਾਨਣਾ। ਨਹੀਂ, ਦੋਸ਼ ਇੱਥੇ ਦੋਸ਼ ਤੈਅ ਨਹੀਂ ਹੁੰਦਾ, ਇਹ ਸ਼ਬਦ ਵਰਤਨ ਦੀ ਥਾਂ ਤੇ ਅੱਗੇ ਤੋਂ ਜਦੋਂ ਵੀ ਤੁਸੀਂ ਕਿਤੇ ਇਸ ਤਰ੍ਹਾਂ ਦੀ ਨਿਊਜ਼ 'ਚ ਸ਼ਬਦ ਵਰਤੋ ਤੇ ਦੋਸ਼ ਸਿੱਧ ਕਹਿ ਸਕਦੇ ਹੋ ਤੁਸੀਂ। ਦੋਸ਼ ਤੈਅ ਹੁੰਦਾ ਜਦੋਂ ਚਾਰਜਸ ਫਰੇਮ ਹੁੰਦੇ ਨੇ, ਮਤਲਬ ਕਿ ਚਾਰਜ ਸ਼ੀਟ ਫਾਈਲ ਹੁੰਦੀ ਆ ਤੇ ਚਾਰਜਸ ਫਰੇਮ ਕਰ ਦਿੰਦੀ ਹੈ ਕੋਰਟ ਕਿ ਬਈ ਤੁਹਾਡੇ ਦੋਸ਼ ਜਿਹੜੇ ਆ ਆਇਦ ਹੋ ਗਏ ਤੇ ਹੁਣ ਟ੍ਰਾਇਲ ਚੱਲੇਗਾ, ਯਾਨੀ ਟ੍ਰਾਇਲ ਚੱਲਣ ਵੇਲੇ ਹੁੰਦਾ ਹੈ ਸ਼ਬਦ। ਤੇ ਜਦੋਂ ਕਿਸੇ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ, ਇਹ ਨਾ ਸਮਝਣਾ, ਮਾਫ ਕਰਨਾ, ਮੈਂ ਸਿਰਫ ਇਹ ਕਰ ਰਿਹਾ ਕਿ ਅੱਗੇ ਤੋਂ ਥੋੜੀ ਮਤਲਬ ਕਿ ਸ਼ਬਦਾਂ ਦੀ ਹੋ ਜਾਵੇ, ਤਾਂ ਇਹਨੂੰ ਅਦਰਵਾਈਜ਼ ਨਾ ਲੈ ਲੈਣਾ, ਮੈਨੂੰ ਡਰ ਵੀ ਲੱਗਦਾ ਅੱਜ ਕੱਲ। ਨਹੀਂ ਤੁਹਾਡਾ ਧੰਨਵਾਦ, ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਆ ਤੁਹਾਡੇ ਨਾਲ ਕੰਮ ਕਰਕੇ। ਜੀ ਹਾਂਜੀ, ਨਹੀਂ ਥੈਂਕ ਯੂ। ਤੇ ਜਦੋਂ ਦੋਸ਼ ਕਿਸੇ ਤੇ ਸਿੱਧ ਹੋ ਗਏ, ਆਪਾਂ ਨੂੰ ਦੋਸ਼ ਸਿੱਧ ਕਹਿ ਸਕਦੇ ਜਾਂ ਦੋਸ਼ੀ ਕਰਾਰ ਕਹਿ ਲਓ। ਤਾਂ ਹੁਣ ਬਜਿੰਦਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਕੋਰਟ ਨੇ ਜ਼ਬਰ ਜ਼ਿਨਾ ਦੇ ਕੇਸ ਦੇ ਵਿੱਚ। ਤਾਂ ਆਪਾਂ ਤੇ ਪਹਿਲਾਂ, ਵੈਸੇ ਤੁਸੀਂ ਵੀ, ਤੁਹਾਡੇ ਵੀ ਕਹਿ ਲਓ ਕਿ ਜ਼ੁਬਾਨ ਤੇ ਸਰਸਵਤੀ ਬੈਠੀ ਹੈ, ਤੁਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹਦੇ ਦਿਨ ਪੁੱਗ ਗਏ ਲੱਗਦਾ, ਤਾਂ ਬਸ ਉਹ ਤੁਹਾਡੇ ਬੋਲ ਹੀ ਲੈ ਕੇ ਬਹਿ ਗਏ ਆ। ਉਦਣ ਤੋਂ ਵੇਖ ਲਓ ਇਹ ਐਸੇ ਚੱਕਰ ਚੁੰਡੇ 'ਚ ਫਸਿਆ ਕਿ ਨਿਕਲ ਹੀ ਨਹੀਂ ਹੋਇਆ, ਫਸ ਗਈ ਜਾਨ ਸਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ। ਤੇ ਹੁਣ ਇਹਨੂੰ ਜਦੋਂ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ, ਤਾਂ ਉਸ ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਹੀ ਸਜ਼ਾ ਦਾ ਐਲਾਨ ਹੋਏਗਾ। ਤਾਂ ਸਜ਼ਾ ਵੀ ਇਸ ਕੇਸ ਦੇ ਵਿੱਚ ਕੋਈ ਛੋਟੀ ਨਹੀਂ ਹੁੰਦੀ, ਤੁਹਾਨੂੰ ਪਤਾ 7 ਸਾਲ 10 ਸਾਲ 20 ਸਾਲ ਤੱਕ ਦੀ ਵੀ ਸਜ਼ਾ ਹੋ ਸਕਦੀ ਆ। ਸੋ ਇਹ ਬਜਿੰਦਰ ਦੀ ਕਹਾਣੀ ਦਾ ਕਹਿ ਲਓ ਕਿ ਇੱਕ ਵੇਲੇ ਦਾ ਆਪਾਂ ਕਹਿ ਸਕਦੇ ਹਾਂ ਐਸਾ ਪੜਾਅ ਆ ਗਿਆ ਕਿ ਜਦੋਂ ਇਹਦੇ ਸ਼ਾਹੀ ਠਾਠ-ਬਾਠ ਸਾਰੇ ਖਤਮ ਹੋ ਗਏ। ਔਰ ਵੇਖੋ ਇਹਨਾਂ ਦੇ ਜਿਹੜੇ ਬੰਦੇ ਹੁੰਦੇ ਆ, ਫਾਲੋਅਰ ਹੁੰਦੇ ਆ, ਬ੍ਰੇਨ ਵਾਸ਼ਡ ਕਿਸ ਤਰ੍ਹਾਂ ਦੇ ਹੁੰਦੇ, ਉਹ ਹਾਲੇ ਵੀ ਉਹ ਸੇਮ ਕਹਾਣੀ ਉਹੀ ਹੈ ਸਰਸੇ ਵਾਲੇ, ਉਹ ਹਾਲੇ ਵੀ ਇਹਦੀ ਜੈ ਜੈਕਾਰ ਕਰੀ ਜਾਂਦੇ ਆ, ਹਾਲੇ ਵੀ ਕਹੀ ਜਾਂਦੇ ਆ ਕਿ ਆਹ ਜਿਹੜਾ ਫੈਸਲਾ ਹੈ ਕੋਰਟ ਦਾ ਤਾਂ ਸਾਡੇ ਖਿਲਾਫ ਆ ਗਿਆ ਕਿਉਂਕਿ ਇੱਕ ਸਾਜ਼ਿਸ਼ ਦੇ ਤਹਿਤ 2-3 ਸ਼ਿਕਾਇਤਾਂ ਦਰਜ ਹੋ ਗਈਆਂ ਫੈਸਲੇ ਤੋਂ ਐਨ ਪਹਿਲਾਂ, ਤੇ ਕੋਰਟ ਇਨਫਲੂਐਂਸ 'ਚ ਆ ਗਿਆ। ਨਹੀਂ ਸਰ, ਜਿੰਨੇ ਮਰਜ਼ੀ ਮਾਮਲੇ ਦਰਜ ਹੋਈ ਜਾਣ, ਕੋਰਟ ਉਹੀ ਜੋ ਦਸਤਾਵੇਜ਼ ਕਿਸੇ ਕੇਸ ਤੇ ਹੁੰਦੇ ਆ ਉਹਨੂੰ ਦੇਖ ਕੇ ਹੀ
ਫੈਸਲਾ ਦਿੰਦਾ ਹੈ ਤਾਂ ਇਹ ਫੈਸਲਾ ਤਾਂ ਬਿਲਕੁਲ ਤਿਆਰ ਸੀ। ਔਰ ਬਜਿੰਦਰ ਤਾਂ ਭੱਜਦਾ ਸੀਗਾ, ਇਹਦੇ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ, ਉਹਨਾਂ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਕੇ ਇਸ ਨੂੰ ਬੁਲਾਇਆ ਹੈ, ਤਾਂ ਦੋਸ਼ ਸਿੱਧੀ ਹੋ ਚੁੱਕੀ ਆ। ਸਜ਼ਾ ਹੁਣ ਸ਼ਾਇਦ 1 ਅਪ੍ਰੈਲ ਨੂੰ ਸੁਣਾਉਣੀ ਆ, ਮੈਨੂੰ ਪੱਕਾ ਨਹੀਂ ਹੈ ਇੱਕ ਨੂੰ ਕਿ 1 ਜੀ ਜੀ ਇੱਕ ਅਪ੍ਰੈਲ ਤਰੀਕ ਹਾਂਜੀ 1 ਨੂੰ, ਹਾਂ ਬਸ ਜੀ ਜੀ ਇਹ ਅਪ੍ਰੈਲ ਫੂਲ ਨਹੀਂ, ਇਹ ਪੱਕਾ ਹੋਏਗਾ ਕਿ 1 ਨੂੰ ਸਜ਼ਾ ਸੁਣਾਈ ਜਾਏਗੀ। ਸੋ ਦੇਖਦੇ ਆ ਕਿੰਨੀ ਸਜ਼ਾ ਹੁੰਦੀ ਆ। ਬਾਕੀ ਇਹਦੇ ਜਿਹੜੇ ਫੋਲੋਅਰ ਉਹਨਾਂ ਨੇ ਤਾਂ ਮੰਨਣਾ ਹੀ ਨਹੀਂ, ਇਹ ਤੇ ਕਹਿ ਲਓ ਕਿ ਜਿੰਨੀਆਂ ਮਰਜ਼ੀ ਉਹ ਵੀਡੀਓ ਆ ਜਾਣ ਕਹੀ ਜਾਂਦੇ ਆ ਨਹੀਂ ਨਹੀਂ ਜੀ AI ਜਨਰੇਟਡ ਆ। ਇੱਕ ਤੇ ਅੱਗ ਲੱਗਣਾ ਇਹ AI ਵਾਲਾ ਸ਼ਬਦ ਬੜਾ ਆ ਗਿਆ, ਉਹ ਹੁਣ ਵੇਖਿਓ ਕੋਈ ਲੰਗਾ ਵਰਗੀ ਵੀ ਵੀਡੀਓ ਆ ਗਈ ਤਾਂ ਉਹਨੇ ਵੀ ਕਹਿ ਦੇਣਾ ਕਿ AI ਤੋਂ ਬਣਾ ਦਿੱਤੀ ਆ, ਮੈਂ ਤੇ ਵੈਸੇ ਕਿਤੇ ਨਹਾਉਣ ਧੋਣ ਚੱਲਿਆ ਸੀ। ਤਾਂ ਗੱਲ ਇਹ ਆ ਕਿ AI ਹਰੇਕ ਪਾਸੇ ਇਹ ਸਾਰਾ ਕੁਝ ਚੱਲਦਾ, ਜਿਹੜਾ ਫਸ ਜਾਂਦਾ ਕਹਿੰਦਾ ਜੀ AI ਨਾਲ ਜਨਰੇਟਡ ਆ। ਤਾਂ ਗੱਲ ਇਹ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਕੋਈ ਪੁਸ਼ਟੀ ਤੇ ਹੈ ਨਹੀਂ ਗੀ ਕਿ ਉਹ AI ਨਾਲ ਜਨਰੇਟਡ ਹੈ ਜਾਂ ਰੀਅਲ ਹੈ, ਪਰ ਜਿਹੜੇ ਸ਼ਿਕਾਇਤਕਰਤਾ ਨੇ ਉਹਨਾਂ ਦੇ ਵੀ ਦੋਸ਼ ਜਿਹੜੇ ਉਹ ਛੋਟੇ ਨਹੀਂ ਆ। ਤਾਂ ਕੁੱਲ ਮਿਲਾ ਕੇ ਬਜਿੰਦਰ ਇਸ ਵੇਲੇ ਕਹਿ ਲਓ ਕਿ ਕਾਨੂੰਨੀ ਸਿਕੰਜੇ ਚ ਫਸ ਚੁੱਕਾ ਹੈ। ਬਸ ਵੇਖਣ ਵਾਲੀ ਗੱਲ ਇਹੋ ਆ, ਵੇਖਣਯੋਗ ਗੱਲ ਇਹੋ ਆ ਕਿ 1 ਅਪ੍ਰੈਲ ਦੇ ਦਿਨ ਵੱਟਾ ਕਿੰਨੇ ਕਿਲੋ ਦਾ ਪੈਂਦਾ ਹੈ। ਇਹ ਕੈਦੀਆਂ ਦੀ ਭਾਸ਼ਾ ਚ ਕਿਹਾ ਜਾਂਦਾ, ਮਾਫ ਕਰਨਾ, ਕਿ ਵੱਟਾ 7 ਦਾ, 5 ਦਾ, 10 ਦਾ, 20 ਦਾ। ਤਾਂ ਉਹ ਫਿਰ ਜਿਹੜਾ 20 ਵਾਲਾ ਹੁੰਦਾ ਨਾ ਉਮਰ ਕੈਦ, ਉਹਨੂੰ ਕਹਿੰਦੇ ਪੈ ਗਿਆ 20 ਸਾਲੀ ਵੱਟਾ ਜੀ। ਸੋ AI ਵਾਲਾ ਤਾਂ ਚੰਗਾ ਬਹਾਨਾ ਮਿਲਿਆ ਹੋਇਆ, ਜਿਹੜਾ ਵੀ ਕੁਝ ਗਲਤ ਕਰਦਾ ਹੈ ਬਾਅਦ ਦੇ ਵਿੱਚ ਫਿਰ AI ਦਾ ਟੂਣਾ ਲਾ ਦਿੰਦੇ ਵੀ ਭਾਈ ਲੈ ਇਹ ਤਾਂ AI ਜਨਰੇਟਡ ਹੈ, ਸਾਡੇ ਨਾਲ ਧੱਕਾ ਹੋਇਆ। ਕੋਈ ਚੱਜ ਦਾ ਲੱਭ ਬਹਾਨਾ ਜੇ ਸਾਨੂੰ ਛੱਡਣਾ ਚਾਹੁੰਦੀ ਹੈ, ਕੋਈ ਬਹਾਨਾ ਉਹ ਜਿਹੜੇ ਛੱਡਣ ਛਡਾਉਣ ਦੀਆਂ ਗੱਲਾਂ ਕਰਦੇ ਸੀ ਉਹ ਤਾਂ ਆਪ ਵਿਚਾਰੇ ਭੁਗਤ ਰਹੇ ਨੇ, ਉਹਨਾਂ ਤੇ ਵੀ ਉਹਦੀ ਕੇਸ ਪਈ ਫਿਰਦੇ ਨੇ। ਪਰ ਆਪਾਂ ਜੀ ਅਗਲੀ ਖਬਰ ਤੇ ਚੱਲੀਏ। ਇਹ ਤੁਸੀਂ ਲਿਖਿਆ ਹੈ ਜੀ, ਕਹਿੰਦੇ ਵੀ ਇਹ ਕਿਹੜੇ ਰਿਕਸ਼ੇ ਤੇ ਬਹਿ ਕੇ DC ਆ ਰਹੇ ਨੇ ਪਿੰਡਾਂ ਵੱਲ ਨੂੰ, ਹਾਲੇ ਤੱਕ ਪਹੁੰਚੇ ਨਹੀਂ, ਕਿਉਂਕਿ ਚੀਮਾ ਸਾਹਿਬ ਕਹਿ ਰਹੇ ਵੀ ਪਿੰਡਾਂ 'ਚ ਜਾਣਗੇ DC ਤੇ ਲੋਕਾਂ ਤੋਂ ਰਾਏ ਲੈ ਕੇ ਸਰਕਾਰ ਜਿਹੜੀ ਚੱਲੂਗੀ। ਕਿੱਦਾਂ ਕਹਿ ਰਹੇ ਸੀ ਇਹ, ਪਾਇਓ ਜ਼ਰਾ ਚਾਨਣਾ ਖਬਰ ਤੇ। ਦੇਖੋ ਮੇਰਾ ਵਿਅੰਗ ਸੀ ਇਹਨਾਂ ਤੇ। ਤੁਹਾਨੂੰ ਯਾਦ ਹੋਣਾ ਗੁਰਪ੍ਰੀਤ ਜੀ, ਜਦੋਂ ਇਹ ਸੱਤਾ ਚ ਆਏ ਸਨ, ਸਰਕਾਰ ਚ ਆਏ ਸਨ, ਤਾਂ ਇਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ। ਯਾਦ ਹੋਏਗਾ ਖਟਕੜ ਕਲਾਂ ਦੀ ਧਰਤੀ ਤੇ ਕਿਹਾ ਸੀ, ਉੱਥੇ ਖੜ ਕੇ ਜਦੋਂ ਸਹੁੰ ਚੱਕਦੇ ਨੇ ਉਦੋਂ ਹੀ ਗੱਲ ਕਹੀ ਸੀ ਨਾ ਜੀ। ਪਰ ਤੁਸੀਂ ਦੇਖ ਲਓ ਕਿ ਪਿੰਡਾਂ ਚੋਂ ਸਰਕਾਰ ਕੀ ਚੱਲਣੀ ਸੀ, ਪਿੰਡਾਂ ਨੂੰ ਸਰਕਾਰ ਲੱਭਦੀ ਨਹੀਂ। ਕਿੰਨੇ ਕੁ ਪੰਜਾਬੀ ਹੋਣਗੇ ਜਿਹੜਾ ਜਾਣਦੇ ਹੋਣਗੇ ਕਿ ਭਾਈ ਘਰ ਮਾਨ ਸਾਹਿਬ ਦਾ ਕਿਹੜੇ ਸੈਕਟਰ 'ਚ ਹੈ, ਕਿੱਥੇ, ਉਹਨਾਂ ਨੂੰ ਪਤਾ ਹੀ ਨਹੀਂ। ਇਹਨਾਂ ਨੇ ਫੇਰ ਆਖਿਆ ਕਿ SSP ਥਾਣਿਆਂ 'ਚ ਤੱਕ ਬੈਠਿਆ ਕਰਨਗੇ, ਯਾਦ ਆ ਤੁਹਾਨੂੰ? ਤੇ ਤੁਸੀਂ ਦੱਸੋ ਕਿ ਕਿਹੜਾ ਭਾਈ ਬੈਠਾ ਸੀ। ਫਿਰ ਇਹਨਾਂ ਨੇ ਇਹ ਗੱਲ ਅੱਗੇ ਵੀ ਕਹੀ ਕਿ ਅਫਸਰ ਹੁਣ ਪਿੰਡਾਂ 'ਚ ਜਾਣਗੇ, ਮਤਲਬ DC ADC ਵਗੈਰਾ ਜਿਹੜੇ ਆ ਨਾ ਪਿੰਡਾਂ 'ਚ ਜਾਣਗੇ। ਤਾਂ ਮੈਂ ਵਿਅੰਗ 'ਚ ਕਿਹਾ ਸੀਗਾ ਕਿ 3 ਸਾਲਾਂ 'ਚ ਕਿਹੜੇ ਰਕਸ਼ੇ ਤੇ ਬੈਠੇ ਆ ਕਿ ਜਿਹੜੇ ਹਾਲੇ ਤੱਕ ਪਿੰਡਾਂ 'ਚ ਹੀ ਨਹੀਂ ਉਪੜੇ, ਉਹ ਰਾਹ 'ਚ ਹੀ ਤੁਰੇ ਫਿਰਦੇ ਨੇ। ਕਮਾਲ ਹੋ ਗਈ, ਅੱਜ ਫੇਰ ਐਲਾਨ ਹੋ ਗਿਆ ਕਿ DC ਪਿੰਡ। ਸਰ ਕੋਈ ਵੀ DC 7 ਦਿਨ ਪਿੰਡਾਂ 'ਚ ਜੇ ਤੁਰਿਆ ਫਿਰੂਗਾ, ਤੁਸੀਂ ਸੋਚ ਕੇ ਦੇਖੋ, ਇੱਕ ਜ਼ਿਲ੍ਹੇ ਦੇ ਵਿੱਚ 200-250 ਪਿੰਡ ਆ, ਉਹਨੂੰ 1 ਮਹੀਨੇ ਜਾਂ 2 ਮਹੀਨੇ ਜਾਂ 4 ਮਹੀਨਿਆਂ 'ਚ ਕਵਰ ਕਰਨਾ ਹੋਵੇ ਤਾਂ ਤੁਸੀਂ ਦੇਖੋ ਉਹਦਾ ਵਿਜ਼ਿਟ ਕਿੰਨੇ ਦਿਨ ਦਾ ਹੋਏਗਾ, ਹਫ਼ਤੇ ਦਾ। ਤੇ ਜੇ ਉਹ ਫੀਲਡ 'ਚ ਏਦਾਂ ਰਹੇਗਾ ਤਾਂ ਫਿਰ ਉਹਦਾ ਦਫ਼ਤਰੀ ਕੰਮ ਕੌਣ ਸਾਂਭੇਗਾ? ਦਫ਼ਤਰ ਦਾ ਕੰਮ ਬਹੁਤ ਹੁੰਦਾ DC ਦਾ ਜੀ, ਬਹੁਤ ਕੰਮ ਹੁੰਦਾ ਹੈ, ਕੋਈ ਥੋੜਾ ਬਹੁਤਾ ਨਹੀਂ। ਆਰਮ ਲਾਇਸੈਂਸ ਦਾ ਜੀ, ਫਲਾਣਾ ਹੈ, ਟਮਕਾਣਾ ਹੈ, ਬਹੁਤ ਕੰਮ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹ ਜਿਹੜਾ ਹੁਣ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਅਮਲ 'ਚ ਆਏਗਾ। ਅਸੀਂ ਤੇ ਚਾਹੁੰਦੇ ਹਾਂ ਕਿ DC ਤੜਕੇ ਉੱਠ ਕੇ ਪਿੰਡਾਂ ਨੂੰ ਨਿਕਲ ਜਾਵੇ, ਮੈਂ ਤੇ ਇਹ ਚਾਹੁੰਦਾ। ਪਰ ਕੀ ਦਫ਼ਤਰੀ ਕੰਮਕਾਜ ਸੁਚਾਰੂ ਢੰਗ ਨਾਲ ਚੱਲ ਸਕਣਗੇ? ਇਸ ਕਰਕੇ ਪਤਾ ਨਹੀਂ ਕਿਉਂ। ਵੈਸੇ ਤੇ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਾਰਾ ਜਿਹੜਾ ਚੱਲ ਰਿਹਾ ਹੈ ਨਾ, ਇਹ ਮਨੀਸ਼ ਸਿਸੋਦੀਆ ਦਾ ਇੱਥੇ ਆਉਣ ਤੋਂ ਬਾਅਦ ਉਹਨਾਂ ਦਾ ਜੋ ਵਿਜ਼ਡਮ ਹੈ ਉਹਦੇ ਅਨੁਸਾਰ ਕੰਮ ਚੱਲ ਰਿਹਾ। ਉਹਨਾਂ ਨੇ ਵਿਧਾਇਕਾਂ ਨੂੰ, ਤੁਸੀਂ ਅੱਜ ਦੇਖੋ ਨਾ ਕਿ ਜਿਹੜੇ ਉਹ ਹੈਗੇ ਨੇ ਤਰੁਣਪ੍ਰੀਤ ਸੌਂਦ, ਸ਼ਾਇਦ ਉਹਨਾਂ ਦਾ ਨਾਮ ਹੈ, ਜੀ ਸੌਂਦ, ਜੀ ਸੌਂਦ ਸਾਹਿਬ, ਜਿਹੜੇ ਪਿੰਡਾਂ 'ਚ ਗਏ ਨੇ, ਤਾਂ ਉਹਨਾਂ ਨੇ ਅੱਜ ਪਿੰਡਾਂ 'ਚ ਜਾ ਕੇ ਕਹਿਣਾ ਵੀ ਸਟਾਰਟ ਕਰ ਦਿੱਤਾ ਕਿ ਜਲਦੀ ਤੁਹਾਨੂੰ 1100 ਬੀਬੀਆਂ ਨੂੰ ਮਿਲੇਗਾ। ਉਹ ਕਾਹਦੇ ਲਈ ਹੈ? ਇਸ ਕਰਕੇ ਕਿ ਸਿਸੋਦੀਆ ਨੇ ਸਿੱਧਾ ਇਹਨਾਂ ਨੂੰ ਕਹਿ ਦਿੱਤਾ ਕਿ ਭਾਈ ਚਾਂਸ ਸਾਡਾ ਹਾਲੇ ਮਰਿਆ ਨਹੀਂ, ਨਹੀਂ ਉਹ ਹਾਰਦਾ, ਹਾਲੇ ਤੇ ਜੱਟ ਪੂਰਾ ਕਾਇਮ ਆ। ਉਹ ਕਹਿੰਦੇ ਕਿ ਹਾਲੇ
ਐਸਾ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸੰਭਾਵਨਾ ਮੁੱਕ ਗਈ ਆ, ਕਿਉਂਕਿ ਦੂਜੇ ਪਾਸੇ ਕੋਈ ਸਟਰੋਂਗ ਵਿਰੋਧੀ ਧਿਰ ਹੈ ਨਹੀਂ, ਕਿ ਤੁਸੀਂ ਜਿਹੜੇ ਨਾਰਾਜ਼ ਜਾਂ ਨਿਰਾਸ਼ ਕੈਡਰ ਤੋਂ ਲੋਕ ਉਹ ਦੁਬਾਰਾ ਲੈ ਕੇ ਆਓ ਪਾਰਟੀ ਤੱਕ। ਕਹਿਣ ਦਾ ਮਤਲਬ ਇਹ ਆ। ਤਾਂ ਹੁਣ ਆਪੋ ਆਪਣੇ ਪੱਧਰ ਤੇ ਇਹਨਾਂ ਨੇ ਜ਼ੋਰ ਲਾਉਣਾ ਸਟਾਰਟ ਕਰ ਦਿੱਤਾ। ਇਹ ਕਹਿੰਦੇ ਜੀ ਕਿ ਪਿੰਡਾਂ 'ਚ ਡੀਸੀ ਆਉਣਗੇ, ਅਸੀਂ ਕਹਿੰਦੇ ਹਾਂ ਕਿ ਪਿੰਡਾਂ 'ਚ ਤਹਿਸੀਲਦਾਰ ਹੀ ਭੇਜ ਦਿਓ। ਤੁਸੀਂ ਹੋਰ ਛੱਡੋ, ਤਹਿਸੀਲਾਂ ਦੀ ਖੱਜਲ ਖੁਆਰੀ ਹੀ ਖਤਮ ਕਰ ਦਿਓ। ਜ਼ਿਲ੍ਹਾ ਹੈਡਕੁਆਟਰ 'ਚ ਤਾਂ ਚਲੋ ਕੋਈ 100 ਚੋਂ 10-20 ਬੰਦੇ ਜਾਂਦੇ ਹੋਣਗੇ ਇੱਕ ਜ਼ਿਲ੍ਹੇ ਦੇ, ਜੀ ਬਾਕੀ ਦੇ ਵਿਚਾਰੇ ਤਹਿਸੀਲਾਂ ਕਚਹਿਰੀਆਂ 'ਚ ਧੱਕੇ ਖਾਂਦੇ ਆ ਨਾ, ਉੱਥੇ ਹੀ ਖੱਜਲ ਖੁਆਰੀ ਘੱਟ ਕਰ ਦਿਓ। ਫਿਰ ਮੈਂ ਤੇ ਅੱਗੇ ਵੀ ਕਿਹਾ ਸੀਗਾ ਕਿ ਅੱਜ ਕਈ ਚੀਜ਼ਾਂ ਨੇ ਕਿ ਜਿੱਦਾਂ ਹੁਣ ਲਾਈਕ ਕਿਸੇ ਨੇ ਡਰਾਈਵਿੰਗ ਲਾਇਸੈਂਸ ਬਣਾਉਣਾ, ਉਹ ਇਹਦੀ ਪ੍ਰਕਿਰਿਆ ਇੰਨੀ ਗੁੰਝਲਦਾਰ ਹੈ ਕਿ ਜਿਹੜੇ ਟਰੈਕ ਬਣਾਏ ਹੋਏ ਨੇ ਉਹ ਜ਼ਿਲ੍ਹਾ ਹੈਡਕੁਆਟਰਾਂ ਤੇ ਆ। ਤੇ ਮੰਨ ਲਓ ਕਿਸੇ ਲੜਕੀ ਨੇ, ਸਾਡੀ ਭੈਣ ਨੇ, ਧੀ ਨੇ, ਉਹ ਲਾਇਸੈਂਸ ਬਣਾਉਣਾ ਹੈ ਤੇ ਉਹਨਾਂ ਦਾ ਜ਼ਿਲ੍ਹਾ ਹੈਡਕੁਆਟਰ 60 ਕਿਲੋਮੀਟਰ ਦੂਰ ਹੈ, 70 ਕਿਲੋਮੀਟਰ ਦੂਰ ਆ, 130-40 ਕਿਲੋਮੀਟਰ ਜਾਣਾ ਆਉਣਾ ਹੈ। ਫਿਰ ਉਹਦੇ ਨਾਲ ਇੱਕ ਕੋਈ ਜਾਏਗਾ, ਬੰਦਾ ਜਾਏਗਾ, ਕਿੰਨਾ ਔਖਾ ਹੈ। ਤਾਂ ਪਿੰਡਾਂ ਦੇ ਵਿੱਚ ਤੁਸੀਂ ਕੋਈ ਸਾਂਝੇ ਰੂਪ ਦੇ ਵਿੱਚ ਕੋਈ ਤੀਜੇ ਚੌਥੇ ਪਿੰਡ 'ਚ ਕੋਈ ਇਸ ਤਰ੍ਹਾਂ ਦਾ ਕੋਈ ਟ੍ਰਾਇਲ ਲੈ ਕੇ ਉੱਥੇ ਹੀ ਬੱਚਿਆਂ ਦੇ ਲਾਇਸੈਂਸ ਬਣਾ ਦਿਓ, ਨਵਿਆਂ ਦੇ ਡਰਾਈਵਿੰਗ ਲਾਇਸੈਂਸ ਬਣਾ ਦਿਓ। ਕਰਨਾ ਕਿ ਉੱਥੇ ਉਹ ਭੁੰਡੀਆਂ ਜੀਆਂ ਸਕੂਟੀਆਂ ਜੀਆਂ ਚਲਾਉਣੀਆਂ, ਹੋਰ ਕੀ ਆ, ਕਿਹੜੀ ਰੇਲ ਗੱਡੀ ਚਲਾ ਕੇ ਵੇਖਣੀ ਇਹਨਾਂ ਨੇ। ਤਾਂ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਬਹੁਤ ਟਾਈਮ ਵੇਸਟ ਕਰਦੀਆਂ, ਬਹੁਤ ਖੱਜਲ ਖੁਆਰੀ ਕਰਦੀਆਂ, ਇਹ ਪਿੰਡਾਂ ਤੱਕ ਲਿਜਾਣ ਦੀ ਜ਼ਰੂਰਤ ਆ। ਬਾਕੀ ਪਿੰਡ ਪਿੰਡ ਡੀਸੀ ਨਹੀਂ ਬਹਿ ਸਕਦਾ, ਇਹ ਚੀਮਾ ਸਾਹਿਬ ਨੇ ਬਿਆਨ ਪਤਾ ਨਹੀਂ ਕਿਸ ਖੁਸ਼ੀ ਦੇ ਵਿੱਚ ਦੇ ਦਿੱਤਾ। ਹਾਂ, ਇਹ ਜ਼ਰੂਰ ਆ ਕਿ ਪਿੰਡਾਂ ਦੇ ਵਿੱਚ ਟੀਮਾਂ ਆਉਣੀਆਂ ਚਾਹੀਦੀਆਂ, ਜਿਵੇਂ ਛੱਪੜਾ ਦੀ ਸਫਾਈ ਦੀ ਜ਼ਰੂਰਤ ਆ ਜਾਂ ਨਿਕਾਸੀ ਦੀ ਜ਼ਰੂਰਤ ਆ। ਉਹ ਜਿਹੜੇ ਛੋਟੇ ਛੋਟੇ ਕੰਮ ਆ, ਜਾਂ ਕਿਸੇ ਦੀ ਪੈਨਸ਼ਨ ਕੱਟੀ ਗਈ ਆ, ਜਾਂ ਰਾਸ਼ਨ ਕਾਰਡ ਉਹਦਾ ਨਹੀਂ ਬਣ ਰਿਹਾ, ਉਹ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਜਿਹੜੀਆਂ ਉਸ ਪੱਧਰ ਤੇ, ਪੇਂਡੂ ਪੱਧਰ ਤੇ ਕਹਿ ਲਓ ਕਿ ਠੀਕ ਹੋ ਜਾਣੀਆਂ ਚਾਹੀਦੀਆਂ। ਇੰਨੀ ਬੜੀ ਮਿਹਰਬਾਨੀ। ਜੀ, ਇਹ ਤਾਂ ਹੈ, ਜਿਸਕਾ ਕੰਮ ਉਸੀ ਕੋ ਸਾਜੇ, ਉਹ ਵਾਲੀ ਗੱਲ ਹੋਣੀ ਚਾਹੀਦੀ ਹੈ। ਤੁਸੀਂ ਪਿੰਡਾਂ ਦੇ ਸਰਪੰਚਾਂ ਦੇ ਕੋਲੋਂ ਤਾਂ ਖੋ ਕੇ ਮਸ਼ੀਨਾਂ ਲਿਜਾ ਰਹੇ ਹੋ, ਜਦੋਂ ਉਹ ਡਿਪੂ ਦੇ ਵਿੱਚ ਦਾਣੇ ਵਗੈਰਾ ਵੰਡਣ ਦੀ ਕੰਮ ਚੱਲ ਰਹੇ ਨੇ। ਇੱਥੇ ਸਾਡੇ ਕਪੂਰਥਲੇ ਕਰਤਾਰਪੁਰ ਹਲਕੇ ਦੀ ਹੀ ਘਟਨਾ ਹੈ, ਜਿੱਥੋਂ ਇਹਨਾਂ ਦੇ ਪੁਰਾਣੇ ਬਲਕਾਰ ਸਿੰਘ ਮੰਤਰੀ ਹੋਣੀ ਆਉਂਦੇ ਸੀ। ਉਹ ਆਜ਼ਾਦ ਸਰਪੰਚ ਕੋਈ ਜਿੱਤ ਗਿਆ ਵਿਚਾਰਾ, ਉਧਰ ਵੰਡਣ ਲਈ, ਉਹ ਦਾਣੇ ਵੰਡਣ ਲਈ ਕਰ ਰਹੇ ਸੀ ਤਿਆਰੀ, ਤੇ ਡਿਪੂ ਵਾਲੇ ਜਿਹੜੇ ਉਹ ਪਰਚੀਆਂ ਕੱਟ ਰਹੇ ਸੀ, ਉਹ ਜਨਾਬ ਹੁਣੀ ਬੰਦਾ ਭੇਜ ਕੇ ਉੱਥੋਂ ਮਸ਼ੀਨ ਖੋ ਕੇ ਲੈ ਗਿਆ ਜੀ। ਕਹਿੰਦੇ ਵੀ ਨਹੀਂ, ਪਰਚੀਆਂ ਨਹੀਂ ਕੱਟੀਆਂ ਜਾਣਗੀਆਂ, ਤੂੰ ਪਹਿਲਾਂ ਆਮ ਆਦਮੀ ਪਾਰਟੀ 'ਚ ਆ ਕੇ ਤੇ ਸਾਡੇ ਤੋਂ ਗੱਲ 'ਚ ਪੱਲਾ ਪਵਾ, ਤੇ ਫੇਰ ਜੋ ਕਰਨਾ ਕਰ ਲਈ। ਠੀਕ ਹਾਲ ਹੈ ਚੱਲ ਰਿਹਾ ਇਹਨਾਂ ਦੀ। ਤੇ ਇਹ ਤੇ ਮਸ਼ੀਨਾਂ 'ਚ ਹੀ ਸੌਰ ਗਿਆ। ਉੱਥੇ ਵੇਖ ਲਓ ਕਿੰਨੇ ਟਰੱਕ ਹੀ ਭੰਨ ਦਿੱਤੇ ਇਹਨਾਂ ਨੇ, ਜਿਵੇਂ ਸਾਊਦੀਆਂ ਫਿਲਮਾਂ 'ਚ ਟਰੱਕ ਤੈੜ ਤੋੜਦੇ ਆ, ਇਹ ਤੇ ਟਰੱਕਾਂ ਨੂੰ ਵੀ ਤੋੜ ਦਿੰਦੇ ਜੀ। ਇਹਨਾਂ ਦੀ ਸਕੂਟੀ ਤੇ ਟਰੱਕ ਯੂਨੀਅਨ ਦੇ ਵਿੱਚ ਵੜ ਜਾਂਦੀ ਹੈ ਜਾ ਕੇ। ਜੀ, ਹਾਲ ਬੁਰੇ ਨੇ, ਪਰ ਆਪਾਂ ਚਲੀਏ ਜੀ ਅੱਗੇ। ਸੋ ਇਤਿਹਾਸਕ ਜਿਹੜਾ ਬਜਟ ਇਜਲਾਸ ਉਹ ਸਿਰੇ ਚੜ ਗਿਆ ਜੀ, ਨਿਬੜ ਗਿਆ ਕੰਮ ਅੱਜ, ਤੇ ਸਾਰੇ ਘਰੋਂ ਘਰੀ ਤੁਰ ਗਏ ਹੋਣਗੇ ਤਕਰੀਬਨ। ਤੇ ਕਿਹੋ ਜਿਹਾ ਰਿਹਾ ਇਹ ਬਜਟ, ਕਰਿਓ ਤਾਂ ਜੀ ਲੈਬੋਰੇਟ ਸਾਰੇ। ਨਹੀਂ ਦੇਖੋ, ਠੀਕ ਹੈ, ਕੁਝ ਮੁੱਦਿਆਂ ਤੇ ਜ਼ਰੂਰ ਚਰਚਾ ਹੋਈ ਗੁਰਪ੍ਰੀਤ ਜੀ, ਉਹਦੇ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਸੋਹਣੀਆਂ ਕੁਝ ਗੱਲਾਂ ਬਾਤਾਂ, ਜਿਵੇਂ ਤੁਸੀਂ ਦੇਖੋ ਰਾਣਾ ਇੰਦਰ ਪ੍ਰਤਾਪ ਨੇ ਗਨਮੈਨਾਂ ਤੋਂ ਲੈ ਕੇ ਅੱਜ ਬਜਟ ਬਾਰੇ ਗੱਲਬਾਤ ਕੀਤੀ ਆ, ਕਾਲਜਾਂ ਬਾਰੇ ਗੱਲ ਹੋਈ ਆ, ਕੁਝ ਸਕਿੱਲ ਬਾਰੇ ਵੀ ਗੱਲ ਹੋਈ ਆ, ਛੱਪੜਾਂ ਤੋਂ ਲੈ ਕੇ ਸੜਕਾਂ ਤੱਕ ਦੀ ਗੱਲ ਹੋਈ ਹੈ। ਪਰ ਇੱਕ ਇਹਨਾਂ ਦਾ ਵਿਧਾਇਕ ਬੜਾ ਉਹ ਸਿਰਾ ਹੀ ਲਾ ਗਿਆ। ਇਹ ਕਹਿੰਦੇ ਜੀ ਤੁਸੀਂ ਆਪਣੀ ਕਮਾਈ ਨਾਲ ਸਾਰਾ ਕੁਝ ਕਰ ਲਓ ਤੇ ਹੋ ਜਾਏਗਾ ਡੇਰਾ ਬਸੀ ਵਾਲੇ ਰੰਧਾਵਾ ਸਾਹਿਬ। ਉਹ ਕਹਿੰਦੇ ਭਰਾਵੋ, ਜੇ ਸਾਡੇ ਪੱਲੇ ਕੁਝ ਹੁੰਦਾ ਤੇ ਤੁਹਾਡੇ ਤੋਂ ਮੰਗਦੇ ਕਾਹਤੋਂ। ਤਾਂ ਐਤਕੀ ਇਹਨਾਂ ਦੇ ਵਿਧਾਇਕਾਂ ਨੇ ਵੀ ਸੀਪ ਲਾਈ ਆ ਨਾ, ਲਾਡੀ ਢੋਸ ਵੀ ਲਾ ਗਿਆ ਸੀ ਇਹਨਾਂ ਨੂੰ ਸੀ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਭਾਈ ਇਸੇ ਤਰ੍ਹਾਂ ਹੀ ਚੱਲਦਾ ਹੈ। ਤੇ ਪਰ ਜਿਹੜਾ ਇਹ ਇਜਲਾਸ ਹੈ ਉਹ ਅੱਜ ਇਖਤਤਾਮ ਤੇ ਪਹੁੰਚ ਗਿਆ। ਹਾਂ ਠੀਕ ਹੈ, ਕੁਝ ਮੁੱਦਿਆਂ ਤੇ ਚਰਚਾ ਜ਼ਰੂਰ ਹੋਈ, ਅਨਿਸ਼ਚਿਤ ਕਾਲ ਤੱਕ ਇਹ ਮੁਲਤਵੀ ਕਰ ਦਿੱਤਾ ਹੈ। ਪਰ ਜਿਵੇਂ ਆਪਾਂ ਕਹਿ ਲਓ ਕਿ ਅੱਜ ਲਾਸਟ ਦਿਨ 3 ਜਥੇਦਾਰਾਂ ਨੂੰ ਹਟਾਉਣ ਦਾ ਮੁੱਦਾ ਜਿਹੜਾ ਉਹ ਬੈਂਸ ਨੇ ਚੱਕ ਲਿਆ। ਮਤਲਬ ਬੈਂਸ ਸਾਹਿਬ ਜਿਨ੍ਹਾਂ ਤੇ ਕਈ ਦੋਸ਼ ਲੱਗਦੇ ਆ, ਤੁਹਾਨੂੰ ਪਤਾ ਮੰਤਰੀ, ਉਹਨਾਂ ਨੇ ਚੱਕ ਲਿਆ। ਹੁਣ ਇੰਜੀਨੀਅਰਿੰਗ ਕੋਰਸ ਇੰਡਸਟਰੀ ਦੇ ਵਿੱਚ ਹੋਏਗਾ, ਐਸਾ ਕਿਹਾ ਗਿਆ। ਫਿਰ ਜੇ ਤੁਸੀਂ ਦੇਖੋਗੇ 50 ਨਵੇਂ ਕੋਰਸ ਬਲੋਚਿਸਤਾਨ ਦੇ ਵਿੱਚ ਮਾਰੇ ਗਏ, ਪੰਜਾਬੀਆਂ ਦਾ ਮੁੱਦਾ ਉੱਠਿਆ, ਨੌਲੇਜ ਸ਼ੇਅਰਿੰਗ ਦਾ ਵੀ ਮੁੱਦਾ ਉੱਠਿਆ ਕਿ ਬਈ ਉਹ ਜਿਹੜਾ ਆਪਾਂ ਸਮਝੌਤਾ ਕਰਕੇ ਆਏ ਸਾਂ ਦਿੱਲੀ ਦੇ ਨਾਲ, ਹੁਣ ਉਹਦਾ ਕੀ ਕਰਨਾ ਹੈ, ਕੋਈ ਸਮਝ ਤੇ ਲੱਗੇ। ਫਿਰ ਜੋ ਝੋਨੇ ਦੇ ਵਿੱਚ ਕਿਸਾਨਾਂ ਦੀ ਲੁੱਟ ਹੋਈ ਆ, ਉਹਦੇ ਤੇ ਵੀ ਗੱਲਬਾਤ ਹੋਈ ਆ। ਸਕੂਲਾਂ ਦੇ ਜਿਹੜੇ ਸਫਾਈ ਮੁਲਾਜ਼ਮ ਆ
ਉਹਨਾਂ ਨੂੰ ਡੀਸੀ ਰੇਟ ਦੇਣ ਦੀ ਕੋਈ ਸਕੀਮ ਨਹੀਂ, ਐਸਾ ਇਹਨਾਂ ਨੇ ਕਲੀਅਰ ਕਰ ਦਿੱਤਾ। ਤਾਂ ਮਤਲਬ ਕਿ ਜਿਵੇਂ ਵਰਕਿੰਗ ਵੂਮੈਨ ਵਾਸਤੇ ਹੋਸਟਲ ਦਾ ਐਲਾਨ ਹੋਇਆ, ਕਿਲੋਮੀਟਰ ਸਕੀਮ ਦੇ ਵਿੱਚ ਨਵੀਆਂ ਬੱਸਾਂ ਦਾ ਐਲਾਨ ਹੋਇਆ, ਖਸਤਾ ਪੁਲਾਂ ਦੀ ਗੱਲ ਜਿਹੜੀ ਹੈ ਉਹ ਚੱਲੀ, PM ਆਵਾਸ ਯੋਜਨਾ ਦੇ ਤਹਿਤ ਜੋ ਘਰ ਬਣੇ ਆ ਉਹਨਾਂ ਦਾ ਬਿਊਰਾ ਮੰਗਿਆ ਗਿਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਥੋੜੇ ਜਿਹੇ ਮੁੱਦਿਆਂ ਤੇ ਗੱਲ ਹੋਈ ਆ ਤੇ ਫਿਰ ਉਸ ਤੋਂ ਬਾਅਦ ਅਨਿਸ਼ਚਿਤ ਕਾਲ ਤੱਕ ਇਹ ਮੁਲਤਵੀ ਕਰ ਦਿੱਤਾ ਸੈਸ਼ਨ। ਪਰ ਜੇ ਤੁਸੀਂ ਦੇਖੋਗੇ ਜ਼ਿਆਦਾ ਟਾਈਮ ਜਿਹੜਾ ਹੈ ਬਜਟ ਤੋਂ ਹਟਵੇਂ ਮੁੱਦਿਆਂ ਤੇ ਹੀ ਜਾਇਆ ਹੋਇਆ। ਮਸਲਨ ਕੱਲ ਦਾ ਦਿਨ ਸੀਚੇਵਾਲ ਸਾਹਿਬ ਤੇ ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਠੀਕ ਹੈ, ਬੇਅਦਬੀਆਂ ਬਹੁਤ ਸੈਂਸਿਟਿਵ ਮਾਮਲਾ ਹੈ, ਉਹਦੇ ਤੇ ਚਰਚਾ ਹੋਣੀ ਚਾਹੀਦੀ ਆ, ਸਪੈਸ਼ਲ ਚਰਚਾ ਹੋ ਜਾਂਦੀ ਜਿਵੇਂ ਕਾਂਗਰਸ ਵੇਲੇ ਹੋਈ ਸੀਗੀ, ਕੋਈ ਚੱਕਰ ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਖੁਸ਼ੀ ਹੋਏਗੀ ਸਗੋਂ ਕਿ ਚਲੋ ਸਾਡੇ ਨੁਮਾਇੰਦੇ ਉੱਥੇ ਚਰਚਾ ਜੇ ਇਸ ਬਾਬਤ ਕਰਨ। ਪਰੰਤੂ ਤੁਸੀਂ ਦੇਖੋਗੇ ਤਾਂ ਹੋਇਆ ਇਹ ਆ ਕਿ ਜੋ ਬਜਟ ਨਾਲ ਜੁੜੇ ਮਹੱਤਵਪੂਰਨ ਸਵਾਲ ਸੀਗੇ ਉਹ ਮਤਲਬ ਕਿ ਉਦਾਂ ਹੀ ਛੱਡ ਦਿੱਤੇ, ਉਹਨਾਂ ਨੂੰ ਕਿਸੇ ਨੇ ਐਡਰੈਸ ਨਹੀਂ ਕੀਤਾ। ਹਾਂ, ਅੱਜ ਰਾਣਾ ਗੁਰਜੀਤ ਦੇ ਸਪੁੱਤਰ ਨੇ ਬਜਟ ਤੇ ਬਹੁਤ ਸੋਹਣਾ ਐਨਾਲਿਸਿਸ ਕਰਕੇ ਸਵਾਲ ਪੁੱਛੇ, ਲਗਭਗ ਉਹੀ ਜਿਹੜੇ ਆਪਾਂ ਚੁੱਕੇ ਆ, ਲਗਭਗ ਸਿਮਲਰ, ਕਿ ਇਹ ਸਾਰਾ ਕੁਝ ਜਨਤਾ ਨੂੰ ਦੱਸਣਾ ਚਾਹੀਦਾ ਸੀ, ਸਮਝਾਉਣਾ ਚਾਹੀਦਾ ਸੀ, ਤੁਸੀਂ ਹੋਰ ਹੀ ਪਾਸੇ ਤੁਰ ਗਏ। ਤਾਂ ਖੈਰ ਜੋ ਵੀ ਹੈ, ਇੱਕ ਵਾਰੀ ਇਹ ਬਜਟ ਇਜਲਾਸ ਜਿਹੜਾ ਸਿਰੇ ਚੜ ਗਿਆ, ਬਹੁਤਾ ਕੁਝ ਪੱਲੇ ਨਹੀਂ ਪਿਆ। ਸਮਾਂ ਦੀ ਕਹਿ ਲਓ ਕਿ ਚਿੰਤਾਵਾਂ ਹੀ ਵਧੀਆਂ ਨੇ ਕਿ ਕਰਜ਼ੇ ਦੀ ਪੰਡ ਸਾਡੀ ਹੋਰ ਭਾਰੀ ਹੋ ਜਾਏਗੀ, ਜਿਹੜੀ ਪ੍ਰਤੀ ਵਿਅਕਤੀ ਆਪਾਂ ਦੇਖਦੇ ਹਾਂ ਕਿ 1,24,000 ਹੋਣੀ ਹੀ ਆ, ਇਹ ਹੋਰ ਵੱਧ ਜਾਏਗੀ। ਜੀ, ਅੰਤ 'ਚ ਤੇਜ਼ੀ ਦੇ ਨਾਲ ਖਬਰ ਤੇ ਚਾਨਣਾ ਪਾ ਦਿਓ ਕਿਉਂਕਿ ਸਮਾਂ ਤੇਜ਼ੀ ਦੇ ਨਾਲ ਵੱਧ ਰਿਹਾ, ਇਜਾਜ਼ਤ ਨਹੀਂ ਦਿੰਦਾ। ਸਰਬਜੀਤ ਸਿੰਘ ਮੀਆਂਬਿੰਡ ਦਾ ਇਨਕਾਊਂਟਰ ਸਵਾਲਾਂ ਦੇ ਘੇਰੇ 'ਚ ਹੈ ਜੀ। ਹਾਂਜੀ, ਇਹ ਦੇਖੋ ਉੱਤਰਾਖੰਡ 'ਚ ਇੱਕ ਸਾਧ ਮਾਰਿਆ ਸੀਗਾ ਨਾ, ਤੁਹਾਨੂੰ ਯਾਦ ਹੋਣਾ। ਤਾਂ ਉਸ ਤੋਂ ਬਾਅਦ ਕੁਝ ਗ੍ਰਿਫਤਾਰੀਆਂ ਹੋ ਗਈਆਂ ਸੀਗੀਆਂ ਤੇ ਸਰਬਜੀਤ ਮੀਆਂਬਿੰਡ ਰਹਿੰਦਾ ਸੀ, ਇਹਨੂੰ ਨਰੰਗਾਬਾਦ ਗੁਰਦੁਆਰੇ 'ਚ ਘੇਰਾ ਪਾ ਕੇ ਇਹਨਾਂ ਨੇ ਫੜ ਲਿਆ ਸੀ। ਨਰੰਗਾਬਾਦ ਇੱਧਰ ਹੈਗਾ ਮਾਝੇ ਵਾਲੀ ਸਾਈਡ, ਤਰਨਤਾਰਨ ਦੇ ਕੋਲ। ਤਾਂ ਉੱਥੋਂ ਫੜਿਆ ਤੇ ਉਸ ਤੋਂ ਬਾਅਦ ਗਾਂਹ ਲਿਜਾ ਕੇ ਇਹ ਦਾਅਵਾ ਕੀਤਾ ਗਿਆ ਕਿ ਜੀਪ ਪਲਟ ਗਈ ਸੀਗੀ, ਇਹ ਇੱਕ ਅਧਿਕਾਰੀ ਦਾ ਪਿਸਤੌਲ ਲੈ ਕੇ ਭੱਜ ਪਿਆ ਤੇ ਜਦੋਂ ਇਹਨੂੰ ਰੋਕਿਆ ਗਿਆ ਇਹਨੇ ਗੋਲੀ ਚਲਾਈ, ਜਿਹਦੇ 'ਚ ਪੁਲਿਸ ਵਾਲੇ ਫੱਟੜ ਹੋਏ ਗਏ ਤੇ ਫਿਰ ਇਹਨੂੰ ਗੋਲੀਆਂ ਮਾਰੀਆਂ ਗਈਆਂ, ਮਤਲਬ ਕਿ ਲੱਤਾਂ 'ਚ ਗੋਲੀਆਂ ਵੱਜੀਆਂ ਨੇ ਇਹਦੇ। ਤੇ ਪਰਿਵਾਰ ਵਾਲੇ ਕਹਿੰਦੇ ਜੇ ਇਹਨੇ ਭੱਜਣਾ ਹੀ ਹੁੰਦਾ ਤੇ ਗੁਰਦੁਆਰੇ 'ਚੋਂ ਭੱਜ ਸਕਦਾ ਸੀ, ਨਹੀਂ ਭੱਜਿਆ, ਘੇਰਾ ਪਿਆ, ਇਹਨੇ ਸਰੈਂਡਰ ਕਰ ਦਿੱਤਾ, ਗੱਲ ਖਤਮ ਆ। ਤੇ ਇਸ ਇਨਕਾਊਂਟਰ ਤੇ ਸਵਾਲ ਜ਼ਰੂਰ ਉੱਠ ਰਹੇ ਨੇ ਗੁਰਪ੍ਰੀਤ ਜੀ, ਬਹੁਤ ਸਵਾਲ। ਤੇ ਵੈਸੇ ਤੁਹਾਨੂੰ ਪਤਾ ਇਨਕਾਊਂਟਰਾਂ ਤੇ ਅੱਜ ਕੱਲ ਉੱਠ ਰਹੇ ਆ ਕਿ ਇਹ ਬਿਲਕੁਲ ਵੈਸਾ ਹੀ ਇਨਕਾਊਂਟਰ ਨਜ਼ਰ ਆ ਰਿਹਾ ਜਿਵੇਂ ਵਿਕਾਸ ਦੁਬੇ ਦਾ ਕੀਤਾ ਸੀਗਾ ਇਹਨਾਂ ਨੇ ਲਿਆ ਕੇ, ਕਿਉਂ ਤੁਹਾਨੂੰ ਪਤਾ ਮੰਦਰ ਚੋਂ ਨੇ ਇੱਕ ਨੇ ਸਰੈਂਡਰ ਕੀਤਾ ਸੀਗਾ ਕਿ ਮੈਂ ਬਚ ਜਾਊਂਗਾ, ਪਰ ਇਹਨਾਂ ਨੇ ਫਿਰ ਵੀ ਨਹੀਂ ਸੀ ਛੱਡਿਆ। ਇਸ ਕਰਕੇ ਇਸ ਐਨਕਾਊਂਟਰ ਤੇ ਵੱਡੇ ਸਵਾਲ ਖੜੇ ਹੋ ਰਹੇ ਆ। ਠੀਕ ਹੈ, ਉਹਨਾਂ ਨੇ ਕਤਲ ਕੀਤਾ, ਜੇ ਕੀਤਾ ਤਾਂ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ, ਪਰ ਜੇ ਐਨਕਾਊਂਟਰ ਫਰਜ਼ੀ ਕੀਤਾ ਗਿਆ, ਫਰਜ਼ੀ ਮੁਕਾਬਲਾ ਦਿਖਾਇਆ ਗਿਆ, ਤਾਂ ਫਿਰ ਇਹਦੀ ਜਾਂਚ ਕਰਕੇ ਇਹਨਾਂ ਤੇ ਵੀ ਮੁਕੱਦਮਾ ਚੱਲਣਾ ਚਾਹੀਦਾ ਜੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਤੁਹਾਨੂੰ ਕਿਹੋ ਜਿਹਾ ਲੱਗਿਆ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਇਸੇ ਤਰ੍ਹਾਂ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।